ਠੀਕਰ ਫੋਰਦ ਲੀਸ ਸਿਰ, ਪ੍ਰਭ ਪੁਰ ਕੀਆ ਪਿਆਨ। ਏਕ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਏਕ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਸੁਕਾਉ ਹੋਟਲ ਗੁਰ ਸੇਵੀਐ, ਕਹਿਨਸ ਸਹਿਜ ਸੁਭਾ। ਦਰਸ਼ਨ ਪਰਸੈ ਜਨਮ ਮਰਨ, ਹੋਵੈ ਸਿਫਤ ਖਸਮ। ਮੂਰੇ ਅਰਸੋਂ ਕੁਰਸੋਂ, ਤੁਧ ਡਿਠੇ ਸੱਚੇ। ਮਲ ਜਨਮ ਸੱਜਣ ਸੱਚਾ ਪਰ, ਸਿਰ ਸਾਂਦੈ। ਜਿਸ ਪਾਸ ਬੈਠਿਆ, ਸਭਨਾ ਦਾ। ਜਿਸ ਪਾਸ ਬੈਠਿਆ, ਸਭਨਾ ਦਾ। ਪਤਿਤ ਪਾਵਨ, ਜੁਗੋ ਜੁਗ ਅਟਲ। ਗਰੀਬ ਨਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਦੀ ਬਖਸ਼ਿਸ਼, ਗੁਰਫਤਿਹ ਦੀ ਸਾਂਝ ਕਰੀਏ। ਸਤਿਗੁਰੂ ਜੀ ਦੇ ਬਚਨ ਨੇ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੇ ਗੁਰੂ ਦਾ ਹੁਕਮ, ਗੁਰੂ ਦੇ ਸਿੱਖ ਵਾਸਤੇ ਗੁਰੂ ਦਾ ਬਚਨ, ਗੁਰੂ ਦਾ ਹੁਕਮ ਹੁੰਦਾ ਹੈ। ਤੇ ਮਹਾਰਾਜ ਕਹਿਣ ਲੱਗੇ, ਹੁਕਮ ਮੰਨਿਆ ਹੋਏ ਪ੍ਰਵਾਨ। ਜਿਹੜਾ ਹੁਕਮ ਮੰਨਦਾ, ਪ੍ਰਵਾਨ ਉਹ ਹੁੰਦਾ ਜਿਹੜਾ ਸਲਾਮ ਜਵਾਬ ਦੋਵੇਂ ਕਰੇ। ਮੱਥਾ ਵੀ ਟੇਕਿਆ, ਸਲਾਮ ਵੀ ਕੀਤੀ ਹੈ, ਪਰ ਅੱਗੋਂ ਬਚਨ ਮੰਨਦਾ ਨਹੀਂ, ਸਗੋਂ ਜਵਾਬ ਦੇ ਦਿੰਦਾ, ਉੱਤਰ ਦੇ ਦਿੰਦਾ। ਮੁੱਢੋਂ ਕੁੱਥਾ ਜਾਏ, ਉਹ ਤੇ ਮੁੱਢੋਂ ਭੁੱਲਿਆ ਹੋਇਆ ਹੈ। ਇਸ ਕਰਕੇ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ, ਕਹਿਣੇ ਦੇ ਵਿੱਚ ਰਹਿਣਾ ਹੈ। ਤੇ ਮਹਾਰਾਜ ਦਾ ਬਚਨ ਹੈ, ਸਾਡਾ ਸਿੱਖ ਜਦੋਂ ਮਿਲੇ ਫਤਿਹ ਦੀ ਸਾਂਝ ਕਰੇ। ਆਓ ਗੱਜ ਕੇ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕੀ। ਸਤਿਗੁਰੂ ਪਾਤਸ਼ਾਹ ਜੀਆਂ ਨੇ ਸਤ ਸੰਗਤ ਦੇ ਸੁਭਾਗੇ ਸਮੇਂ ਬਖਸ਼ੇ ਨੇ। ਆਪ ਸੰਗਤਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਦਾ ਜੋ ਦਿਹਾੜਾ ਹੈ, ਉਹ ਸਾਨੂੰ ਪ੍ਰਾਪਤ ਹੋ ਰਿਹਾ। ਸਤਿਗੁਰਾਂ ਨੇ ਬਚਨ ਲਿਖਿਆ, ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ। ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਹੈ ਨਾ, ਸਾਰਾ ਸੰਸਾਰ ਉਸ ਦਿਨ ਰੋਇਆ ਹੈ। ਸਾਰਿਆਂ ਨੇ ਇਸ ਗੱਲ ਨੂੰ ਮਾੜਾ ਆਖਿਆ, ਕਿਸੇ ਨੇ ਨਹੀਂ ਆਖਿਆ ਵੀ ਔਰੰਗਜ਼ੇਬ ਤੂੰ ਬਹੁਤ ਚੰਗਾ ਕੀਤਾ। ਕਿਉਂਕਿ ਗੁਰੂ ਪਾਤਸ਼ਾਹ ਦੇ ਬਚਨ ਨੇ, ਭਇਓ ਜਗਤ ਕੋ ਸੋਕ। ਸਾਰਾ ਜਗਤ, ਸਾਰੀ ਦੁਨੀਆ ਨੇ ਆਖਿਆ ਅੱਜ ਔਰੰਗਜ਼ੇਬ ਨੇ ਬੜਾ ਵੱਡਾ ਪਾਪ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਸ ਵੇਲੇ ਰਹਿੰਦੇ ਸਨ,
ਤੇ ਸਤਿਗੁਰਾਂ ਨੇ 1,57,000 ਰੁਪਈਆ ਖਰਚ ਕੇ ਇਹ ਆਨੰਦਪੁਰ ਦੀ ਜਗ੍ਹਾ ਨੂੰ ਖਰੀਦਿਆ, ਜਿੱਥੇ ਆਪਾਂ ਮੱਥਾ ਟੇਕਦੇ ਹਾਂ, ਜਾਂਦੇ ਹਾਂ, ਹੋਲਾ ਮਹੱਲਾ ਮਨਾਉਂਦੇ ਹਾਂ। 5 ਵਰਗ ਮੀਲ ਮਹਾਰਾਜ ਨੇ ਇਹ ਏਰੀਆ ਖਰੀਦਿਆ ਉਹਨਾਂ ਸਮਿਆਂ ਦੇ ਵਿੱਚ। 5 ਵਰਗ ਮੀਲ 1,57,000 ਰੁਪਈਆ ਦੇ ਕੇ ਇੱਥੇ ਸਤਿਗੁਰੂ ਰਹਿ ਰਹੇ ਨੇ। ਤੇ ਦਿੱਲੀ ਦੇ ਤਖਤ ਦੇ ਉੱਪਰ ਬਾਦਸ਼ਾਹ ਔਰੰਗਜ਼ੇਬ ਬੈਠਾ ਹੋਇਆ। ਵਿਦਵਾਨਾਂ ਨੇ ਕੁਝ ਕਥਾ ਇੱਦਾਂ ਲਿਖੀ ਹੈ ਵੀ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਜਾਂ ਉਹਦੇ ਦੀਵਾਨ ਦੇ ਵਿੱਚ ਬੜੇ ਬੜੇ ਵੱਡੇ ਵਿਦਵਾਨ ਬੈਠਦੇ ਸਨ, ਬੜੇ ਬੜੇ ਪੜ੍ਹੇ ਲਿਖੇ, ਸ਼ਾਸਤਰਾਂ ਦੇ ਗਿਆਤਾ, ਗ੍ਰੰਥਾਂ ਦੇ ਗਿਆਤਾ। ਔਰ ਇਕੱਲੇ ਮੁਸਲਮਾਨ ਧਰਮ ਦੇ ਨਹੀਂ, ਹੋਰਾਂ ਧਰਮਾਂ ਦੇ ਵੀ ਇਸ ਨੇ ਵਿਦਵਾਨ ਆਪਣੇ ਕੋਲ ਰੱਖੇ ਹੋਏ। ਤੇ ਵਿਦਵਾਨ ਕੁਝ ਇੱਦਾਂ ਲਿਖਦੇ ਨੇ ਵੀ ਇੱਕ ਪੰਡਤ ਵੀ ਕਥਾ ਕਰਦਾ। ਗੀਤਾ ਦੀ ਕਥਾ, ਗੀਤਾ ਦਾ ਅਰਥ ਕੀ ਹੈ, ਉਹ ਜਾ ਕੇ ਸੁਣਾਉਂਦਾ ਹੈ। ਇੱਕ ਦਿਨ ਪੰਡਤ ਨੂੰ ਕੋਈ ਕੰਮ ਪੈ ਗਿਆ, ਆਪਣੇ ਪੁੱਤਰ ਨੂੰ ਆਖਿਆ ਤੂੰ ਜਾ ਕੇ ਹਾਜ਼ਰੀ ਭਰ, ਜਿਹੜਾ ਰਾਜੇ ਦੇ ਕੋਲ ਬੈਠਣ ਦਾ ਸਮਾਂ ਹੈ, ਉਪਦੇਸ਼ ਦਾ ਸਮਾਂ ਮੇਰੀ ਥਾਂ ਤੇ ਅੱਜ ਤੂੰ ਜਾ ਕੇ ਉਸ ਸਮੇਂ ਨੂੰ ਪੂਰਾ ਕਰ। ਪੁੱਤਰ ਚਲਾ ਗਿਆ। ਕਥਾ ਵਿਚਾਰ ਕਰਦਿਆਂ ਪੁੱਤਰ ਨੇ ਇਹ ਬਚਨ ਸੁਣਾਇਆ ਵੀ ਭਗਵਾਨ ਕ੍ਰਿਸ਼ਨ ਜੀ ਇਹ ਗੱਲ ਕਹਿੰਦੇ ਨੇ ਵੀ ਹਰੇਕ ਆਦਮੀ ਨੂੰ ਆਪਣਾ ਧਰਮ ਵਧਾਉਣਾ ਚਾਹੀਦਾ, ਧਰਮ ਤੇ ਵਧਾਉਣਾ ਚਾਹੀਦਾ। ਪਰ ਵਧਾਉਣ ਦਾ ਤੇ ਇੱਕ ਤਰੀਕਾ ਹੁੰਦਾ ਨਾ, ਆਪਾਂ ਡੰਡਾ ਲੈ ਕੇ ਤੇ ਨਹੀਂ ਨਾ ਕਿਸੇ ਨੂੰ ਕਹਿ ਸਕਦੇ ਵੀ ਤੈਨੂੰ ਅਸੀਂ ਡੰਡੇ ਨਾਲ ਕੁੱਟਾਂਗੇ, ਮਾਰਾਂਗੇ, ਤੇਰੇ ਤੇ ਜ਼ਬਰਦਸਤੀ ਕਰਾਂਗੇ, ਤੂੰ ਆਪਣਾ ਧਰਮ ਬਦਲ ਕੇ ਸਾਡੇ ਵੱਲ ਆ ਜਾ। ਧਰਮ ਤੇ ਹਰੇਕ ਨੂੰ ਵਧਾਉਣਾ ਚਾਹੀਦਾ, ਪਰ ਉਹਦੇ ਵਧਾਉਣ ਦਾ ਇੱਕ ਤਰੀਕਾ ਵੀ ਤੇ ਹੁੰਦਾ ਨਾ। ਜਦੋਂ ਔਰੰਗਜ਼ੇਬ ਨੇ ਇਹ ਗੱਲ ਸੁਣੀ ਨਾ ਤੇ ਕਾਜ਼ੀਆਂ ਮੁਲਾਣਿਆਂ ਨੇ ਉਸੇ ਵੇਲੇ ਸ਼ੋਰ ਪਾਇਆ, ਕਹਿਣ ਲੱਗੇ ਵੇਖੋ ਬਾਦਸ਼ਾਹ ਸਲਾਮਤ, ਜਿੱਥੇ ਮੁਸਲਮਾਨ ਧਰਮ ਇਹ ਗੱਲ ਕਹਿੰਦਾ ਧਰਮ ਵਧਾਉਣਾ ਚਾਹੀਦਾ, ਅੱਜ ਤੇ ਹਿੰਦੂਆਂ ਦੇ ਪੈਗੰਬਰ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਧਰਮ ਵਧਾਉਣਾ ਚਾਹੀਦਾ। ਇਸ ਵੇਲੇ ਹਿੰਦੁਸਤਾਨ ਦੇ 22 ਸੂਬੇਦਾਰ ਨੇ ਤੇ 22 ਸੂਬੇਦਾਰਾਂ ਦੇ ਉੱਪਰ ਤੁਹਾਡਾ ਹੁਕਮ ਚੱਲਦਾ ਤੇ ਅੱਜ ਤੋਂ ਹੀ ਹੁਕਮ ਲਾਗੂ ਕਰੋ। ਤੇ ਬਾਦਸ਼ਾਹ ਨੇ ਉਸ ਵੇਲੇ ਆਖਿਆ ਠੀਕ ਹੈ, ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਗ੍ਰੰਥ ਇਹ ਗੱਲ ਕਹਿੰਦੇ ਮੈਂ ਮੰਨ ਲੈਂਦਾ। ਔਰੰਗਜ਼ੇਬ ਨੇ ਦਿੱਲੀੋਂ ਫਿਰ ਫਰਮਾਨ ਜਾਰੀ ਕੀਤਾ ਸਾਰਿਆਂ ਸੂਬੇਦਾਰਾਂ ਨੂੰ, ਜਿੰਨੇ ਲੋਕ ਨੇ ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਮੁਸਲਮਾਨ ਬਣਾਓ। ਜੇ ਕੋਈ ਮਾਇਆ ਦਾ ਲਾਲਚ ਲੈ ਕੇ ਬਣਦਾ ਬਣਾ ਲਵੋ, ਜੇ ਕਿਸੇ ਦਾ ਕੋਈ ਮੁਕੱਦਮਾ ਚੱਲਦਾ ਪਿਆ ਉਹਦੇ ਹੱਕ ਵਿੱਚ ਨਹੀਂ ਹੁੰਦਾ, ਮੁਕੱਦਮਾ ਹੱਕ ਵਿੱਚ ਕਰ ਦਿਓ ਪਰ ਮੁਸਲਮਾਨ ਕਰ ਲਵੋ। ਜੇ ਕਿਸੇ ਦੇ ਕੋਲ ਰੋਜ਼ਗਾਰ ਨਹੀਂ ਉਹਨੂੰ ਰੁਜ਼ਗਾਰ ਦੇ ਦਿਓ, ਪਰ ਉਹਦੇ ਅੱਗੇ ਸ਼ਰਤ ਇਹ ਰੱਖੋ ਵੀ ਮੁਸਲਮਾਨ ਬਣਨਾ ਪਵੇਗਾ। ਸਰਕਾਰ ਦੀਆਂ ਜਿੰਨੀਆਂ ਰਿਆਇਤਾਂ ਨੇ ਸਾਰੀਆਂ ਦਿੱਤੀਆਂ ਜਾਣ। ਲੋਭ ਦੇ ਕੇ, ਲਾਲਚ ਦੇ ਕੇ, ਡਰ ਦੇ ਕੇ, ਦੁੱਖ ਦੇ ਕੇ, ਸੁੱਖ ਦੇ ਕੇ, ਜਿਵੇਂ ਵੀ ਹੋ ਸਕਦਾ ਮੁਸਲਮਾਨ ਕਰੋ। ਇਹ ਜਿਹੜੇ ਪਰਵਾਨੇ ਸਨ ਨਾ ਉਸ ਵੇਲੇ ਇੱਕ ਕਸ਼ਮੀਰ ਦੇ ਵਿੱਚ ਪਹੁੰਚਿਆ ਤੇ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਨਾ ਉਸ ਸਮੇਂ ਦਾ ਸੂਬੇਦਾਰ, ਨਾਮ ਹੈ ਸ਼ੇਰ ਅਫਗਾਨ। ਇਹ ਹਿੰਦੂ ਧਰਮ ਦਾ ਤੇ ਹਿੰਦੂ ਲੋਕਾਂ ਦਾ ਬੜਾ ਵੱਡਾ ਵੈਰੀ ਹੈ, ਇਹਦੇ ਅੰਦਰ ਨਫ਼ਰਤ ਭਰੀ ਹੋਈ ਹੈ। ਇਹਨੂੰ ਫਰਮਾਨ ਮਿਲਿਆ, ਬੜਾ ਖੁਸ਼ ਹੋਇਆ, ਕਹਿਣ ਲੱਗਾ ਮੈਂ ਤੇ ਬੜੇ ਸਮੇਂ ਤੋਂ ਚਾਹੁੰਦਾ ਸੀ, ਅੱਜ ਤੇ ਮੈਨੂੰ ਬਾਦਸ਼ਾਹ ਦਾ ਹੁਕਮ ਆ ਗਿਆ, ਹੁਣ ਮੈਨੂੰ ਰੋਕਣ ਵਾਲਾ ਕੋਈ ਨਹੀਂ। ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਵੀ ਜਿੱਥੇ ਵੀ ਕੋਈ ਹਿੰਦੂ ਮਿਲ ਜਾਵੇ ਲਾਲਚ ਦੇ ਕੇ, ਡਰਾ ਕੇ, ਕਤਲ ਕਰਕੇ, ਜਿਵੇਂ ਕਿਵੇਂ ਹੋ ਸਕਦਾ ਮੁਸਲਮਾਨ ਬਣਾ ਦਿਓ। ਵਿਦਵਾਨਾਂ ਨੇ ਲਿਖਿਆ ਸ਼ੇਰ ਅਫਗਾਨ ਨੇ ਇੰਨੀ ਅੱਤ ਚੁੱਕੀ ਆ ਵੀ 1.25 ਮਣ ਜਨੇਊ ਇੱਕ ਦਿਨ ਦੇ ਵਿੱਚ ਉਹਨੇ ਕਸ਼ਮੀਰ ਦੇ ਵਿੱਚੋਂ ਲਾਇਆ। ਤੇ ਵਿਦਵਾਨਾਂ ਨੇ ਲਿਖਿਆ ਵੀ ਇੱਕ ਜਨੇਊ ਦਾ ਭਾਰ ਅੱਧਾ ਤੋਲਾ ਹੁੰਦਾ। 1.25 ਮਣ ਦੇ ਵਿੱਚ ਕਿੰਨੇ ਜਨੇਊ ਚੜੇ ਹੋਣਗੇ। ਇੰਨੇ ਜਨੇਊ ਉਤਾਰੇ, ਭਾਵੇਂ ਉਹਨੇ ਬੰਦਿਆਂ ਨੂੰ ਕਤਲ ਕਰਨਾ ਪਿਆ, ਭਾਵੇਂ ਉਹਨੇ ਬੰਦਿਆਂ ਨੂੰ ਕਿਸੇ ਨਾ ਕਿਸੇ ਮੁਸੀਬਤ ਵਿੱਚ ਪਾ ਕੇ ਹਿੰਦੂ ਬਣਾਉਣਾ ਪਿਆ, ਕਰਕੇ ਇੰਨੇ ਜਨੇਊ ਇੱਕ ਦਿਨ ਉਤਾਰੇ। ਹਾਹਾਕਾਰ ਮੱਚ ਗਈ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਇਹ ਕੀ ਹੋਣ ਲੱਗਾ। ਗੁਰਮੁਖੋ ਕਸ਼ਮੀਰ ਦੇ ਪੰਡਤ ਫਿਰ ਇਕੱਠੇ ਹੋ ਗਏ, ਵਿਦਵਾਨ ਇਕੱਠੇ ਹੋ ਗਏ, ਸਾਰੇ ਸ਼ੇਰ ਅਫਗਾਨ ਦੇ ਕੋਲ ਚੱਲ ਕੇ ਗਏ, ਮਿੰਨਤ ਤਰਲਾ ਕੀਤਾ ਸਾਡੇ ਧਰਮ ਨੂੰ ਨਾ ਬਦਲਿਆ ਜਾਵੇ।
पर शेर अफगान कहन लगा भी ये तो हुक्म आया मैनू, मैं ये काम तो जरूर ही करांगा। फिर इन्हां सारे लोगों ने आख्या सानू 6 महीने का टाइम दिता जाए, 6 महीने सानू यतन करन दा टाइम दे दिओ, असीं अपना कोई चारा कर लईए, नहीं होवेगा तो फिर मुसलमान तो असीं बन ही जाना। ते कश्मीर के सूबेदार शेर अफगान ने पूछया 6 महीनों में की करोगे? इन्हां पंडितां विद्वानां ने उत्तर दिता 6 महीने असीं अपने देवतियां नूं आराधांगे, उन्हां दे जग करांगे, उन्हां नूं आहूतियां देवांगे, उन्हां नूं बलियां देवांगे, उन्हां नूं प्रसाद अर्पण करांगे, उन्हां नूं मनावांगे भी साडे धर्म की रखिया वास्ते कुछ ना कुछ करो। जदों सवाल का जवाब ये दिता तो शेर अफगान हस पिया, गल सुन के मखौल किया, कहन लगा जिस भगवान दे असीं मंदिर ढा के ते उस मंदिर दीयां इट्टां लैके असीं ते मसीतां खड़ियां कर दित्तियां, जिहड़ा भगवान अपने मंदिर नूं नहीं बचा सकिया वो तुहाडे धर्म नूं किवें बचा लवेगा। ये मजाक किया, मखौल किया, नाले हस पिया है गल कह के। ते फरियादियां ने आख्या भी ये तो फिर साडी गल है ना, भी बचावे भावें ना बचावे, पर गल यह भी सानू मोहलत दे दिओ। कहन लगा तुहाडे मन में ये गल किते रह ना जावे, चलो 6 महीने का समा दिता, 6 महीने बाद अपने आप कहण तो बिना तुहानू मुसलमान बनना पवेगा। फरियादियां ने मन लिया, कहन लगे ठीक है। सारे जाने इकट्ठे होके अमरनाथ गुफा कश्मीर दे विच ही है, सारे उत्थे चले गए। ये भगवान शिव का बड़ा वड्डा धार्मिक स्थान है, उत्थे जाके इन्हां ने लिखिया विद्वानां ने भी 8 दिन इन्हां पंडितां ने भोजन नहीं छकिया, पानी मूँह नूं लाउणा ये भी ग्रहण नहीं किया भी असीं उन्ना चिर पानी नहीं पीवांगे, अन्न नहीं छकांगे, उन्ना चिर सोवांगे नहीं जिन्ना चिर साडे धर्म नूं बचाउण वास्ते कोई उपराला नहीं हो जाता, यतन नहीं हो जाता। ते जदों 8 दिन उत्थे भुखे रह के प्यासे रह के जपी तपी ब्राह्मणा ने पढ़े ना मंत्र ओम नमो ओम नमो ओम नमो दा कीता जाप, कहन लगे फिर एक पत्रिका प्राप्त हुई, एक चिट्ठी प्राप्त हुई। ते चिट्ठी दे उपर लिखिया सी भी ऐ विद्वानों कलयुग दा समा बड़ा भयानक है। समा इन्ना भयानक है भी ये विच अवतार लेना किसी देवते दे वस की गल रह ही नहीं गई। कलयुग है ही ऐसा भयानक, ये विच किसी देवते दे कोल अवतार लैण दी शक्ति नहीं है। तुहाडा धर्म हुण खतरे विच पिया। मन लो भी कोई अवतार जन्म लै भी लवे, जिन्ने चिर नूं उहने जवान होना वड्डे होना धर्म नूं बचाउण वास्ते, उन्ने चिर नूं ते औरंगजेब ने सारिआं नूं मुका छड्डना है। तुहाडे वास्ते केवल इक्को ही यतन है, गुरु नानक देव महाराज की शरण में जाके पै जाओ, उत्थे जाके फरियाद करो, क्योंकि आप नारायण कला धार जग मैं परवरियो, जोत रूप हर आप गुरु नानक कहायो। गुरु नानक देव परमेश्वर ने खुद अकाल पुरख ने, उन्हां तो बिना तुहाडे धर्म की राखी किसे नहीं जे करनी, ना ही इन्नी ताकत किसी को है, ना ही इन्ना समा किसी को है। ये चिट्ठी ये पत्रिका ये निशानी है, लै जाओ तो सतगुरां नूं जाके फरियाद करो। 8 दिनों तो बाद ये संदेश लैके ना ये फिर चल पै। जिन्ने पंडित सन विद्वान 14,000 की गिनती लिखी है। चलदियां चलदियां पंजाब की धरती ते पहुँचे, पुछया गुरु नानक देव बारे, दसिया गया भी इस वेले गुरु तेग बहादुर पातशाह बैठे गुरता गद्दी ते। कित्थे बैठे ने? आनंदपुर साहब की धरती ते, जिहदा हुणे आपां इतिहास सरवण किया भी महाराज ने 1,57,000 रुपया खर्च के इस जगीर नूं, इस थान नूं, इस धरती नूं खरीदिया है। सारे पंडित आनंदपुर साहब की धरती ते पहुँचे, शाम वेले पहुँच गए, अपना टकाना लैके आराम किया। अगले दिन का दीवान सतगुरां ने सजाया, संगतां दरबार विच बैठियां। ये पंडित विद्वान भी महाराज दे कोलों समा लैके आके नमस्कार करदे। चेहरे इन्हां दे उतरे होए, उदास होए, डावां डोल होए पै, पता नहीं की बनेगा, सतगुरु बचन मनणगे कि नहीं मनणगे। पर सतगुरु तो ऐसे ने ना,
सगल द्वार को छाड़ कै गहो तुहारो द्वार बाहें गह की लाज अस। ਹੁਣ ਜਿਹੜਾ ਇਹ ਗੱਲ ਕਵੇ ਵੀ ਮਹਾਰਾਜ ਮੈਂ ਸਾਰੇ ਦਰਵਾਜ਼ੇ ਛੱਡ ਕੇ ਸਾਰਿਆਂ ਦੇ ਆਸਰੇ ਛੱਡ ਕੇ ਸਾਰਿਆਂ ਦਾ ਭਰੋਸਾ ਛੱਡ ਕੇ ਕੇਵਲ ਤੇਰੇ ਦਵਾਰ ਤੇ ਆਇਆ ਹਾਂ ਤੇ ਉਹਦਾ ਆਸਰਾ ਮਹਾਰਾਜ ਕਿਵੇਂ ਨਹੀਂ ਬਣਨਗੇ। ਫਰਿਆਦ ਕੀਤੀ ਮਹਾਰਾਜ ਧਰਮ ਡੁੱਬਦਾ ਪਿਆ ਹੈ। ਔਰੰਗਜ਼ੇਬ ਸਰਕਾਰ ਸਾਡੇ ਧਰਮ ਨੂੰ ਮੁਕਾਉਂਦੀ ਪਈ ਹੈ। ਇਸ ਵੇਲੇ ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ। ਮਹਾਰਾਜ ਨੇ ਆਖਿਆ, ਕਹਿਣ ਲੱਗੇ ਕਿਸੇ ਹੋਰ ਨੂੰ ਯਾਦ ਨਹੀਂ ਕੀਤਾ, ਕੋਈ ਆਇਆ ਨਹੀਂ ਧਰਮ ਬਚਾਉਣ ਵਾਸਤੇ। ਕਹਿਣ ਲੱਗੇ ਮਹਾਰਾਜ 8 ਦਿਨ ਦਾ ਅਸੀਂ ਭਾਰੀ ਤਪ ਕੀਤਾ। ਆ ਸਾਨੂੰ ਪੱਤਰਕਾ ਮਿਲੀ ਹੈ, ਇਹਦੇ ਉੱਪਰ ਲਿਖਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਸਾਡੀ ਮਦਦ ਕਰ ਸਕਦੇ, ਆਪ ਉਹਨਾਂ ਦਾ ਰੂਪ ਉਹ ਸਾਡੇ ਤੇ ਕਿਰਪਾ ਕਰੋ। ਸਤਿਗੁਰਾਂ ਨੇ ਬਚਨ ਸੁਣਿਆ ਤੇ ਕੁਝ ਸਮਾਂ ਮਹਾਰਾਜ ਚੁੱਪ ਰਹੇ, ਨੇਤਰ ਬੰਦ ਕਰ ਲਏ ਪਾਤਸ਼ਾਹ ਨੇ। ਪੰਡਤ ਮਹਾਰਾਜ ਜੀਆਂ ਦੇ ਕੋਲ ਬੈਠੇ ਹੋਏ, ਕਈਆਂ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਚੰਦਾ ਪਿਆ, ਕਈ ਰੋਂਦੇ ਵੀ ਪਏ ਨੇ, ਅਥਰੂ ਵੀ ਕੇਰਦੇ ਪਏ। ਧਰਮ ਛੱਡਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਿਹੜੇ ਜਨਮ ਤੋਂ ਸੰਸਕਾਰ ਮਿਲੇ ਨੇ ਉਹ ਕਿਵੇਂ ਛੱਡੇ ਜਾਣ? ਸਾਡਾ ਕੀ ਬਣੇਗਾ? ਜੀਵਨ ਰਵੇਗਾ ਕਿ ਨਹੀਂ? ਧਰਮ ਰਵੇਗਾ ਕਿ ਨਹੀਂ? ਐਸੀ ਹਾਲਤ ਬਣੀ ਹੋਈ ਹੈ। ਇੰਨੇ ਚਿਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਹੈ, ਕਹਿਣ ਲੱਗੇ ਖੇਡਦੇ ਪਏ ਸਨ ਕਿਤੇ ਸਾਥੀਆਂ ਦੇ ਵਿੱਚ। ਖੇਡਦੇ ਖੇਡਦੇ ਦਰਬਾਰ ਦੇ ਵਿੱਚ ਆਏ, ਪਿਤਾ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਧੰਨ ਗੋਬਿੰਦ ਰਾਏ ਸਾਹਿਬ ਜੀ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਗੋਦੀ ਵਿੱਚ ਆ ਕੇ ਬੈਠ ਗਏ। ਗੋਦੀ ਵਿੱਚ ਆ ਕੇ ਜਦੋਂ ਬੈਠੇ ਤੇ ਵੇਖਿਆ ਵੀ ਦੀਵਾਨ ਦਾ ਮਾਹੌਲ ਬੜਾ ਸ਼ਾਂਤ ਹੈ, ਬੜਾ ਗੰਭੀਰ ਮਾਹੌਲ ਹੋਇਆ ਪਿਆ, ਕੋਈ ਬੋਲਦਾ ਹੀ ਨਹੀਂ, ਸਾਰੇ ਚੁੱਪ ਨੇ ਔਰ ਬੜੇ ਵੈਰਾਗਵਾਨ ਹੋਏ ਬੈਠੇ ਨੇ। ਪੁੱਛਿਆ, ਕਹਿਣ ਲੱਗੇ ਪਿਤਾ ਸਤਿਗੁਰੂ ਇਹ ਇੰਨਾ ਵੈਰਾਗ, ਇੰਨਾ ਸ਼ਨਾਟਾ ਕਿਉਂ ਹੈ ਦੀਵਾਨ ਦੇ ਅੰਦਰ? ਇਹ ਪੰਡਤ ਵਿਚਾਰੇ ਬੈਠੇ ਕੁਝ ਰੋਂਦੇ ਪਏ ਨੇ, ਕੁਝ ਉਦਾਸ ਹੋਏ ਦਿਸਦੇ ਪਏ, ਚਿਹਰੇ ਮੁਰਝਾਏ ਹੋਏ, ਕਾਰਨ ਕੀ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਪੁੱਤਰ ਇਹਨਾਂ ਪੰਡਤਾਂ ਦਾ ਧਰਮ ਜਿਹੜਾ ਹੈ ਨਾ, ਔਰੰਗਜ਼ੇਬ ਸਰਕਾਰ ਖਤਮ ਕਰਦੀ ਪਈ ਹੈ, ਮੁਕਾਉਂਦੀ ਪਈ ਹੈ। ਇਹਨਾਂ ਨੂੰ ਲਾਲਚ ਦਿੱਤੇ ਜਾ ਰਹੇ ਨੇ, ਮਾਇਆ ਲੈ ਕੇ ਧਰਮ ਬਦਲ ਲਵੋ। ਜੇ ਤੁਹਾਡੇ ਤੇ ਕੋਈ ਕੇਸ ਚੱਲਦਾ, ਮੁਕੱਦਮਾ ਚੱਲਦਾ ਤੇ ਤੁਹਾਡੇ ਹੱਕ ਵਿੱਚ ਕਰ ਦਿਆਂਗੇ, ਧਰਮ ਬਦਲ ਲਵੋ। ਇਹਨਾਂ ਦੇ ਪੁੱਤਰ ਧੀਆਂ ਨੂੰ ਜਬਰਨ ਮੁਸਲਮਾਨਾਂ ਨਾਲ ਵਿਆਹਿਆ ਜਾ ਰਿਹਾ, ਜਬਰਨ ਇਹਨਾਂ ਦਾ ਧਰਮ ਬਦਲਿਆ ਜਾ ਰਿਹਾ। ਇਹ ਬਚਨ ਸੁਣ ਕੇ ਗੋਬਿੰਦ ਰਾਏ ਜੀਆਂ ਨੇ ਬਚਨ ਕੀਤਾ, ਕਹਿਣ ਲੱਗੇ ਪਿਤਾ ਸਤਿਗੁਰੂ ਫਿਰ ਇਹਦਾ ਕੋਈ ਹੱਲ ਵੀ ਤੇ ਹੋਵੇਗਾ ਨਾ। ਜੇ ਏਡੀ ਵੱਡੀ ਬਿਪਤਾ ਹੈ, ਮੁਸੀਬਤ ਹੈ, ਇਹਦਾ ਕੋਈ ਹੱਲ ਵੀ ਤੇ ਹੋਵੇਗਾ ਨਾ। ਉਹ ਆਪ ਜੀ ਦੱਸੋ ਵੀ ਹੱਲ ਕੀ ਹੋ ਸਕਦਾ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪੁੱਤਰ ਇਹਨਾਂ ਦਾ ਧਰਮ ਇਸ ਵੇਲੇ ਬਲੀਦਾਨ ਮੰਗਦਾ ਪਿਆ, ਕੁਰਬਾਨੀ ਮੰਗਦਾ ਪਿਆ। ਕੁਰਬਾਨ ਹੋਣ ਵਾਸਤੇ ਕੋਈ ਮਹਾਤਮਾ ਚਾਹੀਦਾ, ਕੋਈ ਗੁਰਮੁਖ ਚਾਹੀਦਾ ਐਸਾ ਹੈ ਜਿਹਨੇ ਸਵਾਸ ਸਵਾਸ ਨਾਮ ਜਪਿਆ ਹੋਵੇ, ਐਸਾ ਧਰਮਾਤਮਾ ਹੋਵੇ ਜਿਹਨੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਜਪਿਆ ਹੋਵੇ, ਐਸਾ ਧਰਮਾਤਮਾ ਹੋਵੇ ਜਿਹਨੇ ਕਦੇ ਜ਼ਿੰਦਗੀ ਵਿੱਚ ਝੂਠ ਨਾ ਬੋਲਿਆ ਹੋਵੇ, ਸੱਚ ਬੋਲਿਆ ਹੋਵੇ ਜ਼ੁਬਾਨ ਤੋਂ, ਸੱਚ ਦੇ ਮਾਰਗ ਤੇ ਚੱਲਣ ਵਾਲਾ ਹੋਵੇ। ਐਸਾ ਧਰਮਾਤਮਾ ਹੋਵੇ ਜਿਹਨੇ ਹਮੇਸ਼ਾ ਦਸਾਂ ਨੋਹਾਂ ਦੀ ਧਰਮ ਦੀ ਕਿਰਤ ਕੀਤੀ ਹੋਵੇ, ਪਾਪ ਦੀ ਕਿਰਤ ਨਾ ਕੀਤੀ ਹੋਵੇ, ਨਾ ਲਈ ਹੋਵੇ। ਐਸਾ ਹੋਵੇ ਜਿਹਨੇ ਜੰਮਣ ਤੇ ਮਰਨ ਨੂੰ ਨਾਸਵੰਤ ਸਮਝਿਆ ਹੋਵੇ, ਜੀਵਨ ਦੇ ਨਾਲ ਮੋਹ ਰੱਖਣ ਵਾਲਾ ਨਾ ਹੋਵੇ। ਧਰਮਾਤਮਾ ਐਸਾ ਹੋਵੇ ਜਿਹਨੂੰ ਧਨ ਦਾ, ਮਾਇਆ ਦਾ, ਕਿਸੇ ਤਰ੍ਹਾਂ ਦਾ ਲਾਲਚ ਨਾ ਹੋਵੇ। ਪੁੱਤਰ ਇਹੋ ਜਿਹਾ ਧਰਮਾਤਮਾ ਜੇ ਆਪਣੇ ਸਰੀਰ ਦਾ ਬਲੀਦਾਨ ਦੇਵੇ, ਆਪਣੀ ਰੱਤ ਡੋਲੇ, ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ। ਐਡੀ ਵੱਡੀ ਕੁਰਬਾਨੀ ਚਾਹੀਦੀ ਹੈ ਧਰਮ ਨੂੰ ਰੱਖਣ ਵਾਸਤੇ, ਐਡਾ ਵੱਡਾ ਬਲੀਦਾਨ ਚਾਹੀਦਾ। ਤੇ ਅਸੀਂ ਵੇਖਦੇ ਪਏ ਹਾਂ ਵੀ ਇਹੋ ਜਿਹਾ ਧਰਮਾਤਮਾ, ਇਹਨਾਂ ਨੂੰ ਵੀ ਪੁੱਛਿਆ ਪੰਡਤਾਂ ਨੂੰ ਵੀ ਤੁਹਾਡੇ ਵਿੱਚ ਕੋਈ ਹੈ ਇਹੋ ਜਿਹਾ ਧਰਮਾਤਮਾ, ਇਹੋ ਜਿਹਾ ਕੋਈ ਭਗਤ ਜਿਹਨੇ ਝੂਠ ਨਹੀਂ ਬੋਲਿਆ, ਜਿਹਨੇ ਦਸਾਂ ਨੋਹਾਂ ਦੀ ਕਿਰਤ ਕੀਤੀ ਹੈ, ਜਿਹਨੇ ਸਵਾਸ ਸਵਾਸ ਨਾਮ ਜਪਿਆ ਹੋਵੇ, ਜਿਹਨੇ ਜੰਮਣ ਮਰਨ ਨੂੰ ਨਾਸਵੰਤ ਜਾਣਿਆ ਹੋਵੇ, ਜਿਹਨੇ ਧਰਮ ਦੀ ਕਿਰਤ ਕੀਤੀ ਹੋਵੇ। ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਹੈ ਇਹੋ ਜਿਹਾ ਤੇ ਉਹਦੀ ਬਲੀ ਦਵਾ ਦਿਓ ਤੇ ਧਰਮ ਬਚੇਗਾ। ਪਰ ਇਹਨਾਂ ਸਾਰਿਆਂ ਨੇ ਨੀਵੀਆਂ ਪਾ ਲਈਆਂ, ਕਹਿਣ ਲੱਗੇ ਵੀ ਇਹੋ ਜਿਹਾ ਤੇ ਹੈ ਕੋਈ ਨਹੀਂ ਪੁੱਤਰ, ਤਾਂ ਹੀ ਸ਼ਨਾਟਾ ਛਾਇਆ, ਸਾਰੇ ਜਾਣੇ ਤਾਂ ਚੁੱਪ ਕੀਤੇ ਹੋਏ।
ਜਦੋਂ ਗੁਰਮੁਖੋਂ ਇਹ ਬਚਨ ਨਿਕਲਿਆ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਖੋਂ, ਤੇ ਗੋਬਿੰਦ ਰਾਏ ਸਾਹਿਬ ਜੀਆਂ ਦੀ ਉਮਰਾ ਉਸ ਵੇਲੇ 9 ਸਾਲ ਦੀ ਹੈ। ਹੱਥ ਜੋੜ ਕੇ ਆਖਿਆ, ਕਹਿਣ ਲੱਗੇ, ਪਿਤਾ ਜੀ, ਜਿਨੇ ਕਦੇ ਝੂਠ ਨਹੀਂ ਬੋਲਿਆ, ਜਿਨੇ ਕਦੇ ਪ੍ਰਮਾਤਮਾ ਨੂੰ ਨਹੀਂ ਭੁਲਾਇਆ, ਜਿਨੇ ਧਨ ਤੇ ਦੌਲਤ ਦਾ ਕਦੇ ਲਾਲਚ ਨਹੀਂ ਕੀਤਾ, ਜੇ ਇਹੋ ਜਿਹੇ ਧਰਮਾਤਮਾ ਦੀ ਬਲੀ ਚਾਹੀਦੀ ਹੈ ਤੇ ਪਿਤਾ ਸਤਿਗੁਰੂ ਫਿਰ ਇਹੋ ਜਿਹੇ ਤੇ ਆਪ ਹੀ ਹੋ ਸਕਦੇ ਹੋ। ਇਹੋ ਜਿਹਾ ਧਰਮਾਤਮਾ ਤੁਸੀਂ ਹੋ, ਫਿਰ ਪਿਤਾ ਜੀ ਤੁਸੀਂ ਬਲੀਦਾਨ ਦੇ ਕੇ, ਕੁਰਬਾਨੀ ਦੇ ਕੇ ਧਰਮ ਬਚਾ ਲਵੋ। ਸਤਿਗੁਰਾਂ ਨੇ ਜਦੋਂ ਬਚਨ ਸੁਣਿਆ ਤੇ ਅੰਦਰੋਂ ਮਹਾਰਾਜ ਬੜੇ ਖੁਸ਼ ਹੋਏ ਵੀ ਸਾਡੇ ਪੁੱਤਰ ਨੇ ਕਿੱਡਾ ਚੜ੍ਹਦੀ ਕਲਾ ਵਾਲਾ ਬਚਨ ਕੀਤਾ। ਪਰ ਫਿਰ ਵੀ ਮਹਾਰਾਜ ਸੰਗਤ ਵਿੱਚ ਇੱਕ ਵਾਰੀ ਟੋਹਣਾ ਚਾਹੁੰਦੇ ਨੇ, ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ। ਕਹਿਣ ਲੱਗੇ, ਪੁੱਤਰਾ, ਗੱਲ ਤੇ ਕਹਿ ਦਿੱਤੀ ਵੀ ਅਸੀਂ ਬਲੀਦਾਨ ਦਈਏ, ਜੇ ਅਸੀਂ ਬਲੀਦਾਨ ਦੇ ਦਿੱਤਾ ਨਾ, ਤੂੰ ਅਨਾਥ ਹੋ ਜਾਏਗਾ, ਪਿਤਾ ਦਾ ਸਾਇਆ ਤੇਰੇ ਸਿਰ ਤੇ ਨਹੀਂ ਰਹਿਣਾ, ਤੂੰ ਪਿਤਾ ਕਹਿ ਕੇ ਕਿਸੇ ਨੂੰ ਬੁਲਾ ਨਹੀਂ ਸਕਣਾ ਸਾਰੀ ਉਮਰ। ਇਹ ਪਿਤਾ ਸ਼ਬਦ ਤੇਰੇ ਮੂੰਹ ਵਿੱਚੋਂ ਓਨਾ ਚਿਰ ਨਿਕਲਣਾ ਜਿੰਨਾ ਚਿਰ ਅਸੀਂ ਤੇਰੇ ਹਾਂ, ਜਿਉਂਦੇ ਹਾਂ। ਜਿੱਦਣ ਅਸੀਂ ਚਲੇ ਗਏ ਨਾ ਦੁਨੀਆ ਤੋਂ, ਤੂੰ ਕਿਹਨੂੰ ਪਿਤਾ ਕਵੇਂਗਾ, ਅਨਾਥ ਹੋ ਜਾਵੇਂਗਾ ਬੱਚਿਆ। ਅਸੀਂ ਤੇਰੇ ਬਾਪ ਹਾਂ, ਸਾਡੇ ਜਾਣ ਤੋਂ ਮਗਰੋਂ ਬਾਪ ਕਿਹਨੂੰ ਕਵੇਂਗਾ। ਤੇ ਦੂਜਾ ਬਚਨ ਇਹ ਹੈ, ਤੁਹਾਡੀ ਜੋ ਮਾਤਾ ਨੇ, ਮਾਤਾ ਸਾਹਿਬ ਮਾਤਾ ਗੁਜਰੀ ਜੀ, ਜੇ ਅਸੀਂ ਬਲੀਦਾਨ ਦੇ ਦਿੱਤਾ, ਉਹ ਵੀ ਵਿਧਵਾ ਹੋ ਜਾਣਗੇ। ਅਜੇ ਉਹਨਾਂ ਦੀ ਉਮਰਾ ਕੋਈ ਬਹੁਤੀ ਵੱਡੀ ਨਹੀਂ ਹੈ, ਜਵਾਨੀ ਦੇ ਵਿੱਚ ਉਹਨਾਂ ਦੀ ਵੀ ਅਵਸਥਾ ਹੈ। ਅਸੀਂ ਬਲੀਦਾਨ ਦਿੰਦੇ ਹਾਂ, ਤੁਹਾਡੀ ਮਾਤਾ ਵੀ ਵਿਧਵਾ ਹੋ ਜਾਏਗੀ, ਉਹਨਾਂ ਵਾਸਤੇ ਵੀ ਪਤੀ ਸ਼ਬਦ ਖਤਮ ਹੋ ਜਾਏਗਾ। ਤੁਸੀਂ ਆਖਦੇ ਹੋ ਬਲੀਦਾਨ ਦੇ ਦੇਵੋ, ਜੇ ਬਲੀਦਾਨ ਦਿੱਤਾ ਤੇ ਇਹ ਸਮਾਂ ਅੱਗੇ ਆਵੇਗਾ, ਇਹ ਸਭ ਕੁਝ ਹੋਵੇਗਾ। ਜਦੋਂ ਇਹ ਬਚਨ ਆਖਿਆ ਤੇ ਧੰਨ ਗੋਬਿੰਦ ਰਾਏ ਸਾਹਿਬ ਜੀ, ਉਹਨਾਂ ਨੇ ਫਿਰ ਅੱਗੋਂ ਜਵਾਬ ਦਿੱਤਾ। ਕਹਿਣ ਲੱਗੇ, ਪਿਤਾ ਸਤਿਗੁਰੂ ਜੀ, ਮੈਂ ਅਨਾਥ ਹੋ ਜਾਵਾਂਗਾ, ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ, ਮੇਰੀ ਮਾਤਾ ਵਿਧਵਾ ਹੋ ਜਾਏਗੀ, ਪਤੀ ਸਿਰ ਤੇ ਨਹੀਂ ਰਵੇਗਾ। ਪਰ ਮਹਾਰਾਜ, ਜੇ ਸਾਡੇ ਦੋਵਾਂ ਨੂੰ ਇਹ ਦੁੱਖ ਮਿਲਣ ਕਰਕੇ ਲੱਖਾਂ ਭੈਣਾਂ ਦੇ ਪਤੀ ਬਚ ਜਾਣ, ਸੁਹਾਗ ਬਚ ਜਾਣ, ਤੇ ਲੱਖਾਂ ਮੇਰੇ ਭਰਾਵਾਂ ਦੇ ਪਿਤਾ ਬਚ ਜਾਣ, ਤੇ ਮਹਾਰਾਜ ਸੌਦਾ ਫਿਰ ਮਹਿੰਗਾ ਨਹੀਂ, ਸਸਤਾ ਹੀ ਹੈ। ਇੱਕ ਵਾਰੀ ਆਖੀਏ ਸਤਨਾਮ। ਦਸ਼ਮੇਸ਼ ਪਿਤਾ ਵਰਗਾ ਕੋਈ ਬਣ ਨਹੀਂ ਸਕਦਾ। 9 ਸਾਲ ਦੀ ਉਮਰਾਂ ਵਿੱਚ ਐਡਾ ਵੱਡਾ ਬਚਨ ਪਿਤਾ ਕੁਰਬਾਨ ਕਰਨਾ ਹੈ। ਦੂਸਰਿਆਂ ਭਰਾਵਾਂ ਦੇ ਪਿਤਾ ਜਿੰਦਾ ਰੱਖਣ ਵਾਸਤੇ ਆਪਣਾ ਪਿਤਾ ਵਾਰਨਾ ਚਾਹੁੰਦੇ, ਦੂਸਰੀਆਂ ਮਾਵਾਂ ਭੈਣਾਂ ਦੇ ਪਤੀ ਜਿੰਦਾ ਰੱਖਣ ਵਾਸਤੇ ਆਪਣੀ ਮਾਂ ਦੇ ਘਰ ਵਾਲੇ ਨੂੰ, ਪਤੀ ਨੂੰ ਵਾਰਨਾ ਚਾਹੁੰਦੇ ਨੇ। ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਉਦੋਂ ਇਸ ਦੇਸ਼ ਤੋਂ ਵਾਰਿਆ ਮੈਂ। ਧੰਨ 10ਵੇਂ ਪਾਤਸ਼ਾਹ ਨੂੰ ਕਿਸੇ ਨੇ ਆਖਿਆ, ਕਹਿਣ ਲੱਗੇ, ਮਹਾਰਾਜ, ਆਪ ਜੀ ਦੀ ਬੜੀ ਵੱਡੀ ਕੁਰਬਾਨੀ ਹੈ। ਵੇਖੋ, ਆਪ ਜੀ ਨੇ ਆਪਣੇ ਪਿਤਾ ਨੂੰ ਵੀ ਵਾਰ ਦਿੱਤਾ ਹੈ, ਮਾਤਾ ਜੀ ਨੂੰ ਵੀ ਵਾਰਿਆ, ਪੁੱਤਰਾਂ ਨੂੰ ਵੀ ਵਾਰ ਦਿੱਤਾ, ਸਾਰਾ ਸਰਬੰਸ ਆਪ ਜੀ ਨੇ ਵਾਰਿਆ। ਆਪ ਜੀ ਦੀ ਕੁਰਬਾਨੀ ਤੇ ਬਹੁਤ ਵੱਡੀ ਹੈ, ਬੜੀ ਵੱਡੀ ਦਾਤ ਹੈ ਆਪ ਜੀ ਦੀ ਖਾਲਸੇ ਨੂੰ ਦਿੱਤੇ ਹੋਏ। ਐਡੀ ਵੱਡੀ ਦਾਤ ਦੇਣ ਤੋਂ ਮਗਰੋਂ ਮਹਾਰਾਜ ਨੇ ਜਵਾਬ ਦਿੱਤਾ। ਕਹਿਣ ਲੱਗੇ, ਗੁਰੂ ਕਿਉ ਸਿੱਖੋ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਜਦੋਂ ਇਹ ਦੇਸ਼ ਢਾਇਆ ਜਾ ਰਿਹਾ ਸੀ ਨਾ, ਸਮੇਂ ਦੀ ਸਰਕਾਰ ਵੱਲੋਂ ਖਤਮ ਕੀਤਾ ਜਾ ਰਿਹਾ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਉਦੋਂ ਮੈਨੂੰ ਪਿਤਾ ਵਾਰਨਾ ਪਿਆ। ਢਹਿੰਦੇ ਦੇਸ਼ ਨੂੰ ਬਚਾਉਣ ਵਾਸਤੇ ਪਿਤਾ ਦੀ ਕੁਰਬਾਨੀ ਕਰਾਉਣੀ ਜ਼ਰੂਰੀ ਸੀ, ਉਹ ਅਸੀਂ ਕਹਿ ਕੇ ਕਰਵਾਈ ਹੈ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਾਡੀ ਮਾਤਾ ਬਜ਼ੁਰਗ ਸਰਹੰਦ ਦੇ ਠੰਡੇ ਬੁਰਜ ਵਿੱਚ ਵਿਚਾਰੀ ਪੋਹਦਿਆਂ ਦਿਨਾਂ ਵਿੱਚ ਬੈਠ ਕੇ ਠੰਡੀ ਹਵਾ ਦੇ ਵਿੱਚ, ਠੰਡੇ ਪਾਣੀ ਦੇ ਸੰਤਾਪ ਨੂੰ ਹੰਢਾ ਕੇ ਤੇ ਸੰਸਾਰ ਤੋਂ ਗਈ ਹੈ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੱਖੋ, ਕਿਸ਼ਤਾਂ ਨਾਲ ਕਰਜ਼ਾ ਉਤਾਰਿਆ ਮੈਂ। ਕੋਈ ਇਹੋ ਜਿਹਾ ਗੁਰੂ ਹੋਵੇਗਾ ਜਿਹੜਾ ਪਰਿਵਾਰ ਵਾਰ ਕੇ, ਸਾਰਾ ਕੁਝ ਵਾਰ ਕੇ ਆਖੇ ਮੈਂ ਤੇ ਕੌਮ ਦਾ, ਮੈਂ ਤੇ ਧਰਮ ਦਾ ਦੇਣ ਦਿੱਤਾ ਹੈ, ਮੈਂ ਤੇ ਰਿਣ ਲਾਇਆ ਹੈ। ਕੋਈ ਨਿੱਕਾ ਜਿਹਾ ਪਦਾਰਥ ਵੀ ਦੇ ਦੇਵੇ ਤੇ ਉਹ ਵੀ ਜਨਾਉਂਦਾ ਹੈ।
ਤੇ ਜਦੋਂ ਇਹ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖੇ ਨਾ ਵੀ ਤੁਹਾਡੀ ਕੁਰਬਾਨੀ ਕਰਕੇ ਇਹ ਦਾਤ ਸੌਖੀ ਹੈ, ਦੇ ਦੇਵੋ। ਤੇ ਸਤਿਗੁਰਾਂ ਨੇ ਫਿਰ ਉਹਨਾਂ ਪੰਡਤਾਂ ਨੂੰ ਕਹਿ ਦਿੱਤਾ ਜਿਹੜੇ ਬੈਠੇ ਸਨ, ਆ ਕੇ ਕਹਿਣ ਲੱਗੇ ਜਾਓ ਔਰੰਗਜ਼ੇਬ ਦੇ ਅੱਗੇ ਇੱਕ ਸਵਾਲ ਰੱਖ ਦਿਓ, ਉਹਦੇ ਕੋਲੋਂ ਲਿਖਵਾ ਕੇ ਇਹ ਗੱਲ ਲੈ ਲਵੋ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੁਸਲਮਾਨ ਬਣਾਇਆ ਜਾਵੇ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਗਏ, ਅਸੀਂ ਜਿੰਨੇ ਹਿੰਦੂ ਹਾਂ ਆਪਣੇ ਆਪ ਮੁਸਲਮਾਨ ਬਣਾਂਗੇ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਨਾ ਬਣੇ, ਫਿਰ ਸਰਕਾਰ ਸਾਡੇ 'ਤੇ ਜ਼ਬਰਨ ਨਾ ਕਰੇ, ਸਾਡੇ 'ਤੇ ਜ਼ੋਰ ਨਾ ਲਾਵੇ, ਸਾਨੂੰ ਧੱਕੇ ਨਾਲ ਫਿਰ ਮੁਸਲਮਾਨ ਨਾ ਬਣਾਇਆ ਜਾਵੇ। ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ। ਜਦੋਂ ਇਹ ਬਚਨ ਕੀਤੇ ਤੇ ਉਹ ਪੰਡਤ ਵਿਦਵਾਨ ਜਿਹੜੇ ਆਏ ਖੁਸ਼ ਹੋ ਗਿਆ ਵੀ ਸਤਿਗੁਰਾਂ ਨੇ ਜੇ ਬਚਨ ਕੀਤਾ ਤੇ ਪੂਰਾ ਜ਼ਰੂਰ ਨਿਭਾਉਣਗੇ, ਇਹਨਾਂ ਦਾ ਬਚਨ ਜ਼ਰੂਰ ਪੂਰਾ ਹੋਵੇਗਾ। ਉਹਨਾਂ ਵਿਦਵਾਨਾਂ ਨੇ ਜਾ ਕੇ ਔਰੰਗਜ਼ੇਬ ਦੇ ਕੋਲੋਂ ਸਮਾਂ ਮੰਗਿਆ ਮਿਲਣ ਵਾਸਤੇ, ਤੇ ਜਿਸ ਦਿਨ ਕਚਹਿਰੀ ਵਿੱਚ ਸਮਾਂ ਮਿਲਿਆ ਤੇ ਇਹਨਾਂ ਨੇ ਜਾ ਕੇ ਇਹੋ ਹੀ ਗੱਲ ਕੀਤੀ ਵੀ ਅਸੀਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ, ਪਰ ਸਾਡੇ ਗੁਰੂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਪਰ ਜੇ ਉਹ ਮੁਸਲਮਾਨ ਨਾ ਬਣੇ, ਫਿਰ ਸਾਨੂੰ ਕੋਈ ਵੀ ਮੁਸਲਮਾਨ ਬਣਾਉਣ ਦਾ ਯਤਨ ਨਾ ਕਰੇ। ਸਮੇਂ ਦੀ ਸਰਕਾਰ ਨੂੰ ਜਦੋਂ ਇਹ ਗੱਲ ਪਤਾ ਲੱਗਾ ਤੇ ਬੜੇ ਖੁਸ਼ ਹੋਏ, ਕਹਿਣ ਲੱਗੇ ਇਹ ਤੇ ਕੰਮ ਹੀ ਬੜਾ ਸੌਖਾ, ਕਿੱਥੇ ਇੰਨੇ ਬੰਦਿਆਂ ਨੂੰ ਕੁੱਟ ਕੇ ਮਾਰ ਕੇ ਉਹਨਾਂ ਦੇ ਮੁਕੱਦਮੇ ਉਹਨਾਂ ਦੇ ਵੱਲ ਕਰਕੇ ਉਹਨਾਂ ਨੂੰ ਮਾਇਆ ਦਾ ਲਾਲਚ ਦੇ ਕੇ ਕਈ ਕੁਝ ਕਰਕੇ ਮੁਸਲਮਾਨ ਬਣਾਉਣੇ ਸਨ, ਕਿੱਥੇ ਇੱਕੋ ਬੰਦਾ ਬਣਾਉਣਾ ਬੜਾ ਸੌਖਾ ਹੀ ਕੰਮ ਹੈ ਤੇ ਔਖਾ ਹੀ ਕੋਈ ਨਹੀਂ। ਔਰੰਗਜ਼ੇਬ ਨੇ ਉਸੇ ਵੇਲੇ ਆਪਣੇ ਅਧੀਏ ਜਿਹੜੇ ਸਨ ਦਿੱਲੀ ਤੋਂ ਤੋਰੇ, ਜਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੁਲਾ ਕੇ ਲਿਆਓ। ਅਧੀਏ ਚੱਲ ਪਏ। ਵਿਦਵਾਨਾਂ ਨੇ ਲਿਖਿਆ ਵੀ ਇਹ ਜਿਹੜੇ ਅਧੀਏ ਸਨ ਸਰਕਾਰ ਦਾ ਹੁਕਮ ਲੈ ਕੇ ਆਉਂਦੇ, ਪਲੰਘੇ ਦੇ ਉੱਪਰ ਬੈਠ ਜਾਂਦੇ ਸਨ, ਤੇ ਨਗਰ ਦੇ ਜਿਹੜੇ ਨੰਬਰਦਾਰ ਹੁੰਦੇ ਸਨ ਉਹ ਪਲੰਘਾ ਆਪਣੇ ਸਿਰ 'ਤੇ ਚੁੱਕਦੇ ਸਨ, ਤੇ ਅਧੀਆ ਉਸ ਪਲੰਘੇ ਦੇ ਉੱਪਰ ਬੈਠਾ ਹੁੰਦਾ ਸੀ ਸਰਕਾਰੀ ਫਰਮਾਨ ਲੈ ਕੇ ਆਉਣ ਵਾਲਾ। ਇੱਕ ਪਿੰਡ ਦੇ ਨੰਬਰਦਾਰ ਉਹ ਪਲੰਘਾ ਚੁੱਕ ਕੇ ਦੂਜੇ ਪਿੰਡ ਛੱਡ ਕੇ ਆਉਂਦੇ ਸਨ, ਤੇ ਦੂਜੇ ਪਿੰਡ ਦੇ ਫਿਰ ਤੀਜੇ ਪਿੰਡ ਛੱਡ ਕੇ ਆਉਂਦੇ। ਨਾਲੇ ਉਹ ਖਾਂਦੇ ਪੀਂਦੇ ਉਹਨਾਂ ਦੇ ਕੋਲੋਂ, ਨਾਲੇ ਇਸ ਤਰ੍ਹਾਂ ਇੱਕ ਪਿੰਡ ਤੋਂ ਦੂਜੇ ਤੀਜੇ ਕਰਦਿਆਂ ਪਹੁੰਚਦੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਪਹੁੰਚੇ। ਮਹਾਰਾਜ ਸਾਹਿਬ ਜੀ ਔਰੰਗਜ਼ੇਬ ਨੇ ਆਪ ਜੀ ਨੂੰ ਬੁਲਾਇਆ। ਸਤਿਗੁਰੂ ਕਹਿਣ ਲੱਗੇ ਅਸੀਂ ਕੋਈ ਔਰੰਗਜ਼ੇਬ ਦੇ ਗੁਨਹਗਾਰ ਨਹੀਂ ਵੀ ਹੁਣੇ ਹੀ ਨਾਲ ਚੱਲ ਪਈਏ, ਆਵਾਂਗੇ ਜ਼ਰੂਰ, ਪਰ ਆਵਾਂਗੇ ਮਰਜ਼ੀ ਦੇ ਨਾਲ, ਸਾਡੇ ਕੁਝ ਕਾਰਜ ਰਹਿੰਦੇ ਨੇ, ਉਹ ਕਾਰਜ ਕਰਕੇ ਅਸੀਂ ਆਉਂਦੇ ਆ ਜਾਵਾਂਗੇ, ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ। ਇਹਨਾਂ ਬਚਨ ਕਰਕੇ ਸਤਿਗੁਰੂ ਉਹਨਾਂ ਅਧੀਆਂ ਨੂੰ ਪਿੱਛੇ ਮੋੜਿਆ। ਇੱਥੇ ਇੱਕ ਦੇਵਾ ਰਾਮ ਨਾਮ ਦਾ ਨਾ ਵਿਚਾਰਾ ਧੋਬੀ ਬੈਠਾ, ਸੰਗਤ ਵਿੱਚ ਬੈਠਾ ਹੋਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੰਗਤ ਵਿੱਚ ਬੈਠਾ ਹੋਇਆ, ਦੇਵਾ ਰਾਮ ਇਹਦਾ ਨਾਮ ਹੈ। ਇਹਦੇ ਮਨ ਵਿੱਚ ਵਿਚਾਰ ਆਈ ਸਿੱਖਾਂ ਦੇ ਵੱਲ ਵੇਖ ਕੇ ਵੀ ਮੈਂ ਮਹਾਰਾਜ ਨੂੰ ਬੇਨਤੀ ਕਰਾਂ ਵੀ ਸਤਿਗੁਰੂ ਮੇਰੇ ਘਰੇ ਆ ਕੇ ਚਰਨ ਪਾਓ। ਉੱਠਿਆ, ਬੇਨਤੀ ਹੈ ਭਾਈ ਬੱਚਿਆਂ ਨੂੰ ਚੁੱਪ ਕਰਾਇਆ ਜਾਵੇ। ਇਹ ਉੱਠਿਆ, ਜਿਹੜਾ ਧੋਬੀ ਹੈ ਉੱਠਿਆ, ਉੱਠ ਕੇ ਬੇਨਤੀ ਕਰਨ ਵਾਸਤੇ ਜਦੋਂ ਖੜਾ ਹੋਇਆ ਨਾ ਤੇ ਮਨ ਵਿੱਚ ਵਿਚਾਰ ਆਈ ਵੀ ਮੈਂ ਤੇ ਬੜਾ ਜ਼ਿਆਦਾ ਗਰੀਬ, ਮੇਰੇ ਤੇ ਘਰੇ ਪ੍ਰਸ਼ਾਦਾ ਪਾਣੀ ਮਸਾਂ ਚੱਲਦਾ, ਤੇ ਗੁਰੂ ਏਡਾ ਵੱਡਾ, ਮੈਂ ਜੇ ਕਵਾਂਗਾ ਤੇ ਗੁਰੂ ਮੰਨੇਗਾ ਕਿਵੇਂ, ਪਤਾ ਨਹੀਂ ਗੁਰੂ ਆਵੇਗਾ ਕਿ ਨਹੀਂ ਆਵੇਗਾ। ਫਿਰ ਬੈਠ ਗਿਆ। ਥੋੜਾ ਸਮਾਂ ਬੈਠਿਆ, ਫਿਰ ਮਨ ਵਿੱਚ ਵਿਚਾਰ ਆਈ ਨਹੀਂ ਸਾਰੇ ਸਿੱਖ ਬੇਨਤੀਆਂ ਕਰਦੇ, ਮੈਂ ਵੀ ਕਰ ਲਵਾਂ। ਉੱਠਿਆ ਦੁਬਾਰਾ ਬੇਨਤੀ ਕਰਨ ਵਾਸਤੇ, ਉੱਠ ਕੇ ਬੇਨਤੀ ਕਰਨ ਲੱਗਾ। ਮਨ ਨੇ ਫਿਰ ਆਵਾਜ਼ ਦਿੱਤੀ, ਮਨ ਨੇ ਆਖਿਆ ਨਹੀਂ ਸਤਿਗੁਰਾਂ ਨੂੰ ਬੇਨਤੀ ਨਾ ਕਰ, ਮਹਾਰਾਜ ਤੂੰ ਬਹੁਤ ਜ਼ਿਆਦਾ ਗਰੀਬ ਹੈ, ਤੇਰੇ ਘਰੇ ਤੇ ਨਾ ਬੈਠਣ ਵਾਸਤੇ ਜਗ੍ਹਾ, ਨਾ ਛਕਣ ਵਾਸਤੇ ਕੋਈ ਭੋਜਨ ਹੈ, ਗੁਰੂ ਨੂੰ ਘਰੇ ਬੁਲਾਵੇਂਗਾ ਤੇ ਕੀ ਦੇਵੇਂਗਾ। ਇਹ ਦੇਵਾ ਰਾਮ ਨਾਮ ਦਾ ਧੋਬੀ ਫਿਰ ਬੈਠ ਗਿਆ। ਕੁਝ ਸਮਾਂ ਬੈਠਾ, ਤੀਜੀ ਵਾਰੀ ਫਿਰ ਉੱਠਿਆ। ਤੀਜੀ ਵਾਰੀ ਉੱਠ ਕੇ ਜਦੋਂ ਬੈਠਣ ਲੱਗਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਨਿਗਾਹ ਪੈ ਗਈ। ਮਹਾਰਾਜ ਨੇ ਕੋਲ ਬੁਲਾ ਲਿਆ, ਕਹਿਣ ਲੱਗੇ ਇੱਧਰ ਆ, ਸਾਡੇ ਕੋਲ ਆ ਗਿਆ। ਮਹਾਰਾਜ ਕਹਿਣ ਲੱਗੇ ਵਾਰ-ਵਾਰ ਉੱਠਦਾ, ਵਾਰ-ਵਾਰ ਬੈਠਦਾ, ਕੁਝ ਕਹਿਣਾ ਚਾਹੁੰਦਾ ਪਰ ਕਹਿੰਦਾ ਨਹੀਂ, ਕੀ ਕਹਿਣਾ ਚਾਹੁੰਦਾ ਉਹ ਸਾਨੂੰ ਕਹਿ ਦੇ। ਹੱਥ ਜੋੜ ਕੇ ਧੋਬੀ ਕਹਿਣ ਲੱਗਾ ਮਹਾਰਾਜ ਕਹਿਣਾ ਤੇ ਇਹ ਚਾਹੁੰਦਾ ਵੀ ਆਪ ਜੀ ਚਰਨ ਮੇਰੇ ਘਰੇ ਪਾਓ,
पर बैठ मैं तां जांदा सी भी मैं गरीब हाँ, मेरे घरे भोजन प्रशादा मसां पकदा, रहन बहन वास्ते भी चंगी जगह नहीं। मेरे मन में ऐसे विचार आउंदे ते मैं बैठ जांदा। सतगुरु पातशाह महाराज साहब जियां ने जदों ये बचन सुने ना तो कहन लगे तेरी बेनती करदे आ प्रवान, पर देवा राम धोबी बचन ये सुन, अजे असीं संसार दे काम बड़े करने ने, साडे सिर ते बड़ियां जिम्मेवारियां ने, वो जिम्मेवारियां सानू निभा लैण दे, तेरा ये भी बचन पूरा करांगे, तेरे घरे भी आके चरण पावांगे। सतगुरां दे कोलों हाँ दा बचन सुन के धोबी बड़ा खुश होया, अपने घरे चला गया। जाके परिवार नूं दस्सिया भी सतगुरु मेरे घरे आउणगे। आंढियां गुआंढियां नूं दसदा फिरदा, सारे पिंड विच दस्सिया मेरा गुरु मेरे घरे आवेगा। बड़ा सोहना एक तख्तपोश बनाया महाराज दे बैठण वास्ते। जिहड़ी दिहाड़ी मजदूरी करदा ना, कपड़े धोंदा, पैसा पैसा इकट्ठा करके एक तख्तपोश बनाया भी घरे मंजा नहीं चंगा बहन वास्ते, मैं महाराज दे वास्ते एक तख्तपोश बनावां, उहदे ते आके सतगुरु बैठणगे। पैसे खर्च के बड़ी सोहनी चादर बनवा के ते उहदे उपर विछाई। सारे परिवार नूं आखिया भी इहदे उपर नहीं किसी ने बहना, ये मेरे गुरु दे बैठण दी जगह है। ऐसी तैयारी करके अपनी माया कुछ खर्च लैंदा, कुछ दाने अन्न इकट्ठा किया भी जदों गुरु आवेगा ऐस अन्न दे मैं प्रशादे बना के महाराज नूं छकावांगा। ऐसी तैयारी करदा पिया। इधरों सतगुरु चल पै गुरमुखो आनंदपुर साहब की धरती तो। प्रसंग बड़ा लम्मा है। सतगुरु जी कीरतपुर साहब तो हुंदियां होया भरतगढ़ नगर है, रोपड़ तो हुंदियां होया महाराज साहब जी सैफाबाद पहुँचे। इत्थे संगतां नूं सिखां नूं निहाल किया। कुछ समा महाराज इत्थे सैफदीन दे कोल रहे। उसने बेनती की सी महाराज हुण मींह दे दिन चलदे पए, रस्ते कच्चे ने, चिकड़ हो गया, आप जी 1-1.5 महीना मेरे कोल रवो, जदों थोड़ा मौसम बदलेगा फिर आप जी अगे चले जाना। सतगुरु उहदे कोल रहे। इत्थों चल के महाराज हौली हौली आगरे पहुँच गए। आगरे पहुँचण का कारण यह है, उत्थे एक गरीब भेडां चारण वाला रहिंदा। उन्होंने खबर मिली भी सतगुरु लभदे नहीं पए। औरंगजेब सरकार नूं बड़े बड़े सूहे मगर लाए ने, फौजां दे दस्ते मगर लगे ने, पर गुरु लभदा नहीं। जिहड़ा गुरु दी दस पावे असीं 1000 रुपया उसनूं इनाम देवांगे। इस समय दी सरकार ने इनाम रखिया सतगुरां दे सिर दा। जदों इस भेडां वाले नूं पता लगा तो वह कहण लगा भी सतगुरु ने तो गिरफ्तारी देनी है, मेरे कोल आ जाण, मैं 1000 रुपये दे नाल अपना करजा भी तार लवांगा, अपने कोठे की छत भी पक्की कर लवांगा, अपनी धी का विआह भी कर लवांगा, मेरे ते कई मसले हल हो जाने। गुरु ऐसी कृपा करे भी मेरे कोल आ जावे। पर इन्हें गुरु पातशाह नूं वेखिया नहीं। सतगुरु इहदी तमन्ना पूरी करदिआं आगरे पहुँच गए। एक सोहणे बाग दे विच, सोहणे दीवान दे विच महाराज बैठे होए ते सतगुरां ने वो भेडां चारण वाले नूं आवाज़ा दिता। कहण लगे इधर आ, साडे बचन सुण। कहण लगे साडे वास्ते कुछ मठियाई लैके आ बाजार दे विचों। उस गरीब ने आखिया महाराज मठियाई तो लै आवां पर माया कोल नहीं है। सतगुरां ने अपने हत्थ विचों मुंदरी उतारी तो मुंदरी दे विच हीरा लगा होया, बड़ी महंगे मुल दी, कई लखां रुपइया उहदी कीमत है मुंदरी दी। उतार के कहन लगे आ दे दी दुकान वाले नूं, इहदी मठियाई खरीद लिया। जदों मुंदरी उतार के दिती तो भाई मती दास अगे होए, महाराज मैं खजानची हाँ ना गुरु घर दा, मेरे कोल बहुत माया है, आप जी हुक्म करो, मैं हुणे इहनूं रुपये दे दिंदा, आपां मुंदरी क्यों देनी है। सतगुरु कहन लगे भाई मती दास जो वरतदा पिया ना उहनूं वरत लैण दे, जो हुंदा पिया ना उहनूं हो लैण दे, तू बस कौतक वेख पर रजा दे विच दखल अंदाजी ना कर। जदों ये बचन सुनिया ना भाई मती दास ने तो उन्हें नाल दियां सिखां नूं दस दिता। कहन लगे सिखो महाराज भाना वरताउण लगे ने, ये मुंदरी ते एक बहाना है, मैनू पैसे नहीं देण दा, मैं कहना पैसे देवां महाराज कहंदे नहीं मुंदरी देनी है, ये तो भाना वापरन लगा है। तो गरीब आली ने आखिया भेडां चारन वाले ने महाराज मेरे कपड़े मैले ने, मैं मठियाई काहदे विच पा के लियावांगा। कीमती दिशाला महाराज ने मोढे तो उतारिया, बड़ा महंगे मुल वाला रेशम का बड़ा सोहना दिशाला दिता। कहन लगे इहदे विच मठियाई पवा के लिया।
ਉਹ ਗਰੀਬ ਚਲੇ ਗਿਆ। ਦੁਕਾਨਦਾਰ ਨੂੰ ਆਖਦਾ ਮਠਿਆਈ ਦੇ ਦੇ, ਕਹਿਣ ਲੱਗਾ ਪੈਸੇ ਲਿਆ। ਉਹਨੇ ਮੁੰਦਰੀ ਅੱਗੇ ਰੱਖੀ। ਦੁਕਾਨਦਾਰ ਹੈਰਾਨ ਹੋ ਗਿਆ, ਇੰਨੀ ਮਹਿੰਗੀ ਛਾਪ ਤੇ ਮਠਿਆਈ ਲੈਣ ਆ ਗਿਆ। ਸੋਚਦਾ ਕਿਸੇ ਦੀ ਚੁਰਾਈ ਹੋਵੇਗੀ। ਮੈਨੂੰ ਕੀ ਹੈ, ਮੈਨੂੰ ਮੁੰਦਰੀ ਮਿਲੀ ਹੈ ਮਠਿਆਈ ਪਾਉਣ ਵਾਸਤੇ। ਕਹਿਣ ਲੱਗਾ ਭਾਂਡਾ ਕਰ, ਕੀ ਹੈ ਤੇਰੇ ਕੋਲ? ਇਹਨੇ ਕੀਮਤੀ ਦਿਸ਼ਾਲਾ ਵਿਛਾ ਦਿੱਤਾ। ਹੁਣ ਪੱਕਾ ਹੀ ਯਕੀਨ ਹੋ ਗਿਆ ਵੀ ਚੋਰ ਹੈ। ਜਿਹਨੂੰ ਇਹ ਨਹੀਂ ਪਤਾ ਵੀ ਰੇਸ਼ਮ ਦੇ ਕੱਪੜੇ ਵਿੱਚ ਮਠਿਆਈ ਨਹੀਂ ਪਾਈ ਦੀ। ਰੇਸ਼ਮ ਦਾ ਕੱਪੜਾ ਤੇ ਰਾਜਿਆਂ ਮਹਾਰਾਜਿਆਂ ਨੂੰ ਨਸੀਬ ਹੁੰਦਾ ਉੱਪਰ ਲੈਣ ਵਾਸਤੇ। ਉਸ ਦੁਕਾਨ ਵਾਲੇ ਨੇ ਉਸੇ ਵੇਲੇ ਸਿਪਾਹੀ ਬੁਲਾਏ, ਦਰੋਗਾ ਬੁਲਾਇਆ। ਦਰੋਗੇ ਨੇ ਆ ਕੇ ਜਦੋਂ ਦਾਬਾ ਲਾਇਆ ਨਾ, ਆ ਕੇ ਡਰਾਇਆ। ਇਹ ਗਰੀਬ ਮੰਨ ਗਿਆ ਵੀ ਬਾਹਰ ਇੱਕ ਰਾਜਿਆਂ ਵਰਗਾ ਕੋਈ ਵਿਅਕਤੀ ਆ ਕੇ ਬੈਠਾ, ਉਹਦੇ ਚਿਹਰੇ ਤੇ ਨੂਰ ਬੜਾ ਹੈ, 5-7 ਉਹਦੇ ਬੰਦੇ ਨਾਲ ਨੇ, ਮੈਨੂੰ ਤੇ ਉਹਨਾਂ ਨੇ ਦੇ ਕੇ ਭੇਜਿਆ, ਮੇਰੀ ਗਲਤੀ ਕੋਈ ਨਹੀਂ। ਦਰੋਗਾ ਨਾਲ ਹੀ ਚੱਲ ਪਿਆ। ਜਿੱਥੇ ਸਤਿਗੁਰੂ ਬੈਠੇ ਉਹ ਗਰੀਬ ਵਿਅਕਤੀ ਉੱਥੇ ਲੈ ਕੇ ਆ ਗਿਆ। ਹੁਣ ਸਮਝ ਆਈ ਹੈ, ਮਹਾਰਾਜ ਤੇ ਮੈਨੂੰ 1000 ਰੁਪਈਆ ਦਿਵਾਉਣ ਆਏ। ਮਹਾਰਾਜ ਦੇ ਚਰਨ ਫੜ ਲੈ। ਮਹਾਰਾਜ ਐਸੀ ਕਮਾਈ ਨਹੀਂ ਚਾਹੀਦੀ, ਮੇਰੀਆਂ ਤੇ ਪੁਸ਼ਤਾਂ ਤੱਕ ਲੋਕ ਮੈਨੂੰ ਲਾਹਣਤਾਂ ਪਾਉਂਦੇ ਰਹਿਣਗੇ ਵੀ 1000 ਰੁਪਈਏ ਦੇ ਬਦਲੇ ਤੂੰ ਐਸਾ ਗੁਰੂ ਗ੍ਰਿਫਤਾਰ ਕਰਵਾਇਆ। ਮੈਨੂੰ 1000 ਨਹੀਂ ਚਾਹੀਦਾ। ਮੈਂ ਜਾਣੇ ਅਣਜਾਣੇ ਕਹਿ ਬੈਠਾ, ਮਹਾਰਾਜ ਗਲਤੀ ਦੀ ਮਾਫੀ ਹੋਵੇ, ਪਰ ਐਸਾ ਦੋਸ਼ ਮੇਰੇ ਸਿਰ ਨਾ ਲੱਗੇ, ਮੇਰੇ ਤੇ ਕਿਰਪਾ ਕਰੋ। ਤੇ ਸਤਿਗੁਰੂ ਕਹਿਣ ਲੱਗੇ ਨਹੀਂ, ਅਸੀਂ ਗ੍ਰਿਫਤਾਰੀ ਤੇ ਦੇਣੀ ਹੈ, ਭਾਣਾ ਤੇ ਵਾਪਰਨਾ ਹੀ ਹੈ, ਪਰ ਜੇ ਤੈਨੂੰ 1000 ਮਿਲ ਜਾਵੇ, ਤੇਰਾ ਕੋਈ ਕੰਮ ਸੌਰ ਜਾਵੇ, ਤੇ ਇਹਦੇ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਆਗਰੇ ਗ੍ਰਿਫਤਾਰੀ ਹੋਈ ਹੈ। ਸਤਿਗੁਰਾਂ ਨੇ ਇੱਥੇ ਫਿਰ ਭੋਜਨ ਨਹੀਂ ਛਕਿਆ। ਸਿੱਖਾਂ ਨੂੰ ਆਖਿਆ ਜੇ ਕੁਝ ਮਾਇਆ ਹੈ ਆਪਣਾ ਭੋਜਨ ਤਿਆਰ ਕਰੋ ਤੇ ਛਕਾਂਗੇ। 12000 ਫੌਜ ਨੇ ਆਗਰੇ ਤੋਂ ਲੈ ਕੇ ਦਿੱਲੀ ਤੱਕ ਮਹਾਰਾਜ ਨੂੰ ਲੈ ਕੇ ਆਂਦਾ। ਔਰੰਗਜ਼ੇਬ ਦੇ ਮਨ ਵਿੱਚ ਡਰ ਸੀ ਵੀ ਸਤਿਗੁਰਾਂ ਦੀ ਗ੍ਰਿਫਤਾਰੀ ਸੁਣ ਕੇ ਹਿੰਦੂ ਰਾਜੇ ਜਾਂ ਕੁਝ ਐਸੇ ਲੋਕ ਵਿਰੋਧ ਕਰਨਗੇ, ਗੁਰੂ ਨੂੰ ਛਡਾਉਣ ਦਾ ਯਤਨ ਕਰਨਗੇ। ਵੱਡਾ ਦਸਤਾ ਭੇਜਿਆ। ਸਤਿਗੁਰੂ ਦਿੱਲੀ ਆ ਗਏ। ਔਰੰਗਜ਼ੇਬ ਨੇ ਮਹਾਰਾਜ ਨੂੰ ਡਰਾਉਣ ਵਾਸਤੇ ਇੱਕ ਪ੍ਰੇਤ ਹਵੇਲੀ ਦੇ ਵਿੱਚ ਟਿਕਾਇਆ। ਰਾਤ ਨੂੰ ਪ੍ਰੇਤ ਨੇ ਆ ਕੇ ਨਮਸਕਾਰ ਕੀਤੀ ਹੈ। ਸਤਿਗੁਰਾਂ ਵਾਸਤੇ ਗੰਨੇ ਲੈ ਕੇ ਆਇਆ ਚੂਪਣ ਵਾਸਤੇ। ਗੰਨਿਆਂ ਦੇ ਛਿਲਕੇ ਜਿਹੜੇ ਸਨ ਪ੍ਰੇਤ ਨੇ ਮੂੰਹ ਵਿੱਚ ਪਾਏ ਤੇ ਮੁਕਤ ਹੋਇਆ। ਵੱਡੀ ਸਾਖੀ ਲੰਮੀ ਹੈ, ਸਮਾਂ ਆਪਣੇ ਕੋਲ ਇੰਨਾ ਨਹੀਂ। ਤੇ ਕੁਝ ਛਿਲਕੇ ਜਿਹੜੇ ਸਨ ਦੀਵਾਨ ਮਤੀ ਦਾਸ ਨੇ ਮੂੰਹ ਵਿੱਚ ਪਾ ਲਏ। ਮਹਾਰਾਜ ਦਾ ਸੀਤਲ ਪ੍ਰਸ਼ਾਦ ਛਕ ਕੇ ਭਾਈ ਮਤੀ ਦਾਸ ਜੀ ਬੇਅੰਤ ਕਰਾਮਾਤਾਂ ਦੇ ਮਾਲਕ ਬਣ ਗਏ। ਸਤਿਗੁਰਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਦੁੱਖ ਦਿੱਤੇ ਗਏ। ਭਾਈ ਮਤੀ ਦਾਸ ਤੋਂ ਵੇਖਿਆ ਨਹੀਂ ਜਾਂਦਾ। ਇੱਕ ਦਿਨ ਬੇਨਤੀ ਕਰ ਦਿੱਤੀ, ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਬਸ ਹੁਕਮ ਦੇ ਦਿਓ, ਮੈਂ ਸਾਰੇ ਮੁਸਲਮਾਨ ਜਿਹੜੇ ਨੇ ਜਿੱਥੇ ਜਿੱਥੇ ਬੈਠੇ ਨੇ ਸਾਰਿਆਂ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹਾਂ। ਤੇ ਸਤਿਗੁਰੂ ਕਹਿਣ ਲੱਗੇ ਭਾਈ ਮਤੀ ਦਾਸ ਸਾਰਿਆਂ ਨੇ ਕੀ ਵਿਗਾੜਿਆ? ਫਿਰ ਮਹਾਰਾਜ ਹੁਕਮ ਕਰ ਦਿਓ, ਮੈਂ ਦਿੱਲੀ ਵਾਲੇ ਸਾਰੇ ਖਤਮ ਕਰ ਦਿਆਂ। ਸਤਿਗੁਰੂ ਕਹਿਣ ਲੱਗੇ ਦਿੱਲੀ ਵਾਲਿਆਂ ਨੇ ਕੀ ਸਾਰਿਆਂ ਨੇ ਵਿਗਾੜਿਆ? ਮਹਾਰਾਜ ਹੁਕਮ ਕਰੋ, ਔਰੰਗਜ਼ੇਬ ਨੂੰ ਸਮੇਤ ਮਹਿਲ ਦੇ ਚੋਕੇ ਜਮਨਾ ਵਿੱਚ ਸੁੱਟ ਦਈਏ। ਸਤਿਗੁਰੂ ਬਚਨ ਸੁਣ ਕੇ ਕਹਿਣ ਲੱਗੇ ਮਤੀ ਦਾਸ ਜਾ ਸਾਡੇ ਵਾਸਤੇ ਨਾ ਬਾਲਟੀ ਪਾਣੀ ਦੀ ਲੈ ਕੇ ਆਓ ਜਮਨਾ ਦੇ ਵਿੱਚੋਂ। ਤੈਨੂੰ ਕੋਈ ਵੇਖੇਗਾ ਨਹੀਂ, ਤੈਨੂੰ ਕੋਈ ਰੋਕੇਗਾ ਨਹੀਂ। ਭਾਈ ਮਤੀ ਦਾਸ ਤੁਰ ਪਏ। ਜਮਨਾ ਵਿੱਚੋਂ ਪਾਣੀ ਭਰਿਆ। ਮਨ ਵਿੱਚ ਸੋਚਦਾ ਹੈ ਮਹਾਰਾਜ ਜਾਣ ਬੁੱਝ ਕੇ ਮੈਨੂੰ ਆਪਣੇ ਤੋਂ ਦੂਰ ਕਰ ਦੇ, ਕਿਉਂਕਿ ਮੈਂ ਮਹਾਰਾਜ ਦਾ ਦੁੱਖ ਨਹੀਂ ਵੇਖ ਸਕਦਾ। ਬਾਲਟੀ ਪਾਣੀ ਦੀ ਲੈ ਕੇ ਆਇਆ। ਸਤਿਗੁਰੂ ਕੀ ਕਰਾਂ ਪਾਣੀ ਦਾ? ਮਹਾਰਾਜ ਕਹਿੰਦੇ ਬਾਲਟੀ ਨੂੰ ਫਿਰ ਦੁਬਾਰਾ ਉਸੇ ਜਮਨਾ ਵਿੱਚ ਹੀ ਪਾ ਦੇ ਜਾ ਕੇ। ਹੁਣ ਭਰੋਸਾ ਹੋ ਗਿਆ, ਪਾਣੀ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਇਹ ਤੇ ਮੈਨੂੰ ਦੂਰ ਕਰਨ ਵਾਸਤੇ ਕਦੇ ਆਖਦੇ ਪਾਣੀ ਲੈ ਆ, ਕਦੇ ਆਖਦੇ ਪਾਣੀ ਵਾਪਸ ਪਾਇਆ। ਜਮਨਾ ਵਿੱਚ ਵਾਪਸ ਪਾਣੀ ਡੋਲਿਆ। ਭਾਈ ਮਤੀ ਦਾਸ ਖਾਲੀ ਬਾਲਟੀ ਲੈ ਕੇ ਮਹਾਰਾਜ ਦੇ ਕੋਲ ਆਇਆ। ਸਤਿਗੁਰੂ ਕਹਿਣ ਲੱਗੇ ਮਤੀ ਦਾਸ ਕੋਈ ਸਮਝ ਆਈ ਵੀ ਅਸੀਂ ਤੈਨੂੰ ਕੀ ਸਮਝਾਇਆ? ਕਹਿਣ ਲੱਗਾ ਮਹਾਰਾਜ ਸਮਝ ਗਿਆ। ਸਤਿਗੁਰੂ ਕਹਿਣ ਲੱਗੇ ਕੀ ਸਮਝਿਆ? ਕਹਿਣ ਲੱਗਾ ਜੀ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਹੋ ਵੀ ਮੈਂ ਤੁਹਾਡਾ ਦੁੱਖ ਨਹੀਂ ਦੇਖ ਸਕਦਾ, ਤੇ ਬਹਾਨੇ ਨਾਲ ਕਦੇ ਪਾਣੀ ਮੰਗਾਉਂਦੇ ਹੋ, ਕਦੀ ਪਾਣੀ ਵਾਪਸ ਮੋੜ ਦਿੰਦੇ ਹੋ। ਸਤਿਗੁਰੂ ਕਹਿਣ ਲੱਗੇ ਨਹੀਂ, ਬਚਨ ਇਹ ਹੈ ਜਦੋਂ ਤੂੰ ਬਾਲਟੀ ਪਾਣੀ ਦੀ ਭਰ ਕੇ ਲਿਆਇਆ,
ਜਮਨਾ ਤੇ ਸੁੱਕ ਗਈ ਹੋਵੇਗੀ ਨਾ ਸਾਰੀ, ਕਿਉਂਕਿ ਤੂੰ ਬਾਲਟੀ ਵਿੱਚੋਂ ਭਰ ਲਈ ਹੈ। ਤੇ ਜਦੋਂ ਤੂੰ ਬਾਲਟੀ ਪਾਣੀ ਦੀ ਵਾਪਸ ਪਾ ਕੇ ਆ ਗਿਆ, ਜਮਨਾ ਦੇ ਵਿੱਚ ਹੜ੍ਹ ਆ ਗਿਆ ਹੋਣਾ, ਉਹ ਤੇ ਕੰਢਿਆਂ ਤੋਂ ਬਾਹਰ ਨਿਕਲ ਗਈ ਹੋਣੀ, ਉਹਨੇ ਤੇ ਸ਼ਹਿਰ ਡੋਬ ਦਿੱਤਾ ਹੋਣਾ। ਭਾਈ ਮਤੀ ਦਾਸ ਕਹਿਣ ਲੱਗੇ, ਨਹੀਂ ਮਹਾਰਾਜ, ਬਾਲਟੀ ਨਾਲ ਜਮਨਾ ਥੋੜ੍ਹੀ ਸੁੱਕੇਗੀ, ਨਾ ਉਹ ਸੁੱਕੀ ਹੈ ਨਾ ਉਹਦੇ 'ਚ ਹੜ੍ਹ ਆਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੈਨੂੰ ਬਚਨ ਇਹ ਸਮਝਾਉਣਾ ਹੈ, ਜਿਸ ਗੁਰੂ ਦੇ ਮੁਖ ਦਾ ਤੂੰ ਗੰਨਾ ਚੂਬ ਕੇ, ਛਿਲਕੇ ਚੂਬ ਕੇ ਤੂੰ ਇਹ ਗੱਲ ਕਹਿੰਦਾ ਵੀ ਮਹਾਰਾਜ ਹੁਕਮ ਕਰ ਦਿਓ ਮੈਂ ਸਾਰੇ ਮੁਸਲਮਾਨ ਖਤਮ ਕਰ ਦੇਵਾਂ, ਭਾਈ ਮਤੀ ਦਾਸ ਉਹ ਗੁਰੂ ਜਮਨਾ ਵਰਗਾ ਹੈ। ਤੂੰ ਇੱਕ ਗੰਨਾ ਚੂਬ ਕੇ ਜੇ ਇੰਨੀ ਤਾਕਤ ਰੱਖਦਾ ਵੀ ਸਾਰੀ ਕੌਮ ਖਤਮ ਕਰਨ ਦੀ ਗੱਲ ਕਰਦਾ, ਉਸ ਗੁਰੂ ਵਿੱਚ ਕਿੰਨੀ ਤਾਕਤ ਹੋਵੇਗੀ ਜਿਹਦਾ ਪ੍ਰਸ਼ਾਦ ਤੂੰ ਛਕਿਆ। ਤੇ ਜੇ ਅਸੀਂ ਚੁੱਪ ਕਰਕੇ ਬੈਠੇ ਭਾਣਾ ਮੰਨਦੇ ਪਏ, ਤੂੰ ਕਿਉਂ ਨਹੀਂ ਮੰਨਦਾ ਪਿਆ? ਭਾਣਾ ਮੰਨ। ਇਹਨਾਂ ਬਚਨ ਕਹਿ ਕੇ ਮਹਾਰਾਜ ਨੇ ਕੋਲ ਬੁਲਾਇਆ, ਭਾਈ ਮਤੀ ਦਾਸ ਦਾ ਹੱਥ ਫੜਿਆ, ਅਜਰ ਸ਼ਕਤੀਆਂ ਨੂੰ ਕਿਵੇਂ ਜਰਨਾ ਹੈ ਇਹ ਬਖਸ਼ਿਸ਼ ਕਰ ਦਿੱਤੀ। ਔਰੰਗਜ਼ੇਬ ਸਰਕਾਰ ਵਾਰ-ਵਾਰ ਮਹਾਰਾਜ ਨੂੰ ਕਹਿੰਦੀ ਹੈ, ਕਰਾਮਾਤ ਧਰਮ ਖਤਮ ਕਰਨਾ ਹੈ। ਸਤਿਗੁਰਾਂ ਨੇ ਫਿਰ ਕਾਲੀਆਂ ਮਿਰਚਾਂ ਮੰਗਾਈਆਂ, 1.25 ਮਣ ਕਾਲੀ ਮਿਰਚ ਮੰਗਾ ਕੇ ਕਹਿਣ ਲੱਗੇ, ਬੋਰੀ ਭਰੀ ਨੂੰ ਅੱਗ ਲਾ ਦਿਓ। ਅੱਗ ਲਾਈ ਗਈ, ਕੱਪੜ ਛਾਣ ਕਰੋ, ਕੱਪੜਾ ਛਾਣ ਕੀਤਾ ਤੇ 3 ਮਿਰਚਾਂ ਸਾਬਤ ਬਚੀਆਂ। ਔਰੰਗਜ਼ੇਬ ਸਰਕਾਰ ਨੂੰ ਸਮਝਾਇਆ, ਕਹਿਣ ਲੱਗੇ, ਤੂੰ 2 ਧਰਮਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਨਿਰੰਕਾਰ ਨੂੰ ਇਹ ਭਾਣਾ, ਇਹ ਹੁਕਮ, ਇਹ ਗੱਲ ਮਨਜ਼ੂਰ ਨਹੀਂ। ਨਿਰੰਕਾਰ 2 ਧਰਮਾਂ ਤੋਂ ਅੱਗੇ ਤੀਜਾ ਹੋਰ ਪੈਦਾ ਕਰਨਾ ਚਾਹੁੰਦਾ। ਤੂੰ ਤੇ ਦੋਵਾਂ ਤੋਂ ਇੱਕ ਕਰਨ ਦੀ ਗੱਲ ਕਰਦਾ ਔਰੰਗਿਆ, ਇੱਥੇ ਦੋਵਾਂ ਤੋਂ 3 ਹੋਣੇ ਨੇ। ਜਦੋਂ ਸਤਿਗੁਰਾਂ ਨੂੰ ਨਹੀਂ ਮਨਾ ਸਕਿਆ, ਫਿਰ ਲੋਹੇ ਦਾ ਪਿੰਜਰਾ ਗੁਰਮੁਖੋਂ ਤਿਆਰ ਕਰਵਾਇਆ। ਪਿੰਜਰਾ ਇਹੋ ਜਿਹਾ ਬਣਾਇਆ ਵੀ ਮਹਾਰਾਜ ਸਿੱਧੇ ਨਾ ਖੜੇ ਹੋਣ, ਮਹਾਰਾਜ ਲੰਮੇ ਨਾ ਪੈ ਜਾਣ, ਮਹਾਰਾਜ ਚੌਂਕੜਾ ਮਾਰ ਕੇ ਨਾ ਬੈਠ ਜਾਣ। ਇਹੋ ਜਿਹਾ ਦੁੱਖ ਦੇਣ ਵਾਲਾ, ਤਸੀਹਾ ਦੇਣ ਵਾਲਾ ਪਿੰਜਰਾ ਤਿਆਰ ਕਰਵਾ ਕੇ ਮਹਾਰਾਜ ਵਿੱਚ ਉਹਦੇ ਬੰਦ ਕੀਤੇ ਹੈਗਾ। ਤੇ ਸਤਿਗੁਰੂ ਵਿੱਚ ਬੈਠੇ ਕੀ ਆਂਦੇ ਪਏ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ। ਇਹ ਸਤਿਗੁਰਾਂ ਨੇ ਬਚਨ ਉਸ ਪਿੰਜਰੇ ਵਿੱਚ ਬੈਠਿਆਂ ਮਹਾਰਾਜ ਨੇ ਬਖਸ਼ਿਸ਼ ਕੀਤੇ, ਸਿੱਖਾਂ ਦੇ ਕੋਲੋਂ ਲਿਖਵਾਏ। ਲਿਖਵਾਉਂਦਿਆਂ ਬਚਨ ਕੀਤਾ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤੇ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਇੱਕ ਸਿੱਖ ਨੂੰ ਪੋਥੀ ਦੇ ਕੇ ਆਖਿਆ, ਦੌੜ ਜਾ ਛੇਤੀ ਅਨੰਦਪੁਰ ਸਾਹਿਬ ਨੂੰ, ਸਾਡੇ ਪੁੱਤਰ ਨੂੰ ਜਾ ਕੇ ਬਾਣੀ ਦੇ ਦੇਵੋ, ਇਸ ਸ਼ਲੋਕ ਦਾ ਜਵਾਬ ਲੈ ਕੇ ਆਓ। 10ਵੇਂ ਪਾਤਸ਼ਾਹ ਦੇ ਕੋਲ ਬਾਣੀ ਪਹੁੰਚੀ ਹੈ, ਪੜ੍ਹੀ ਗਈ ਹੈ। ਸਿੱਖ ਨੇ ਆਖਿਆ, ਮਹਾਰਾਜ ਸ਼ਲੋਕ ਦਾ ਉੱਤਰ ਵੀ ਮੰਗਿਆ, ਆਪ ਜੀ ਕਿਰਪਾ ਕਰੋ। 10ਵੇਂ ਪਾਤਸ਼ਾਹ ਲਿਖਦੇ ਪਏ, ਬਲ ਛੁੱਟ ਕਿਉ ਬੰਧਨ ਪਰੇ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ, ਨਾਨਕ ਸਭ ਕਿਛ ਤੁਮਰੈ ਹਾਥ, ਤੁਮ ਹੀ ਹੋਤ ਸਹਾਏ। ਇਹ ਬਚਨ ਬਖਸ਼ਿਆ। ਸਤਿਗੁਰੂ ਤੁਸੀਂ ਤੇ ਬੰਧਨ ਤੋੜਨ ਵਾਲੇ ਹੋ ਨਾ, ਸਤਿਗੁਰ ਸਿੱਖ ਕੈ ਤੁਸੀਂ ਤੇ ਬੰਧਨ ਕੱਟਣ ਵਾਲੇ। ਮਹਾਰਾਜ ਤੁਹਾਨੂੰ ਬੰਧਨ ਥੋੜ੍ਹੀ ਕੋਈ ਪਾ ਸਕਦਾ, ਇਹ ਤੇ ਤੁਸੀਂ ਬਹਾਨਾ ਬਣਾ ਲਿਆ ਹੈ। ਤੁਸੀਂ ਨਿਰੰਕਾਰ ਹੋ, ਪਰਮੇਸ਼ਰ ਹੋ। ਇਹ ਜਵਾਬ ਜਦੋਂ ਪਹੁੰਚਿਆ ਨਾ ਦਿੱਲੀ ਦੀ ਧਰਤੀ 'ਤੇ, ਉੱਥੋਂ ਫਿਰ ਮਹਾਰਾਜ ਨੇ ਦਰੋਗੇ ਨੂੰ ਆਖਿਆ, 5 ਪੈਸੇ ਤੇ ਨਾਰੀਅਲ ਲੈ ਕੇ ਆਓ। ਮੰਗਾਇਆ ਗਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਾਰੀਅਲ ਤੇ 5 ਪੈਸੇ ਹੱਥ ਵਿੱਚ ਲੈ ਕੇ ਅਨੰਦਪੁਰ ਸਾਹਿਬ ਨੂੰ ਮੁੱਖ ਕਰਕੇ ਮਹਾਰਾਜ ਨੇ ਸੀਸ ਝੁਕਾਇਆ। ਆਖਿਆ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਦੀ ਗੁਰਤਾ ਗੱਦੀ ਹੈ, ਗੁਰੂ ਕਿਉਂ ਸਿੱਖੋ, ਅੱਜ ਤੋਂ ਬਾਅਦ 10ਵੀਂ ਥਾਂ 'ਤੇ ਜੋ ਗੁਰੂ ਹੋਣਗੇ ਉਹਨਾਂ ਦਾ ਨਾਮ ਧੰਨ ਗੋਬਿੰਦ ਰਾਏ ਸਾਹਿਬ ਜੀ ਹੈ। ਇਹ ਬਚਨ ਬਖਸ਼ਿਸ਼ ਕੀਤੇ। ਸਿੱਖ ਨੂੰ ਆਖਿਆ, ਛੇਤੀ ਦੇ ਨਾਲ ਇਹ ਲੈ ਕੇ ਗੁਰਤਾ ਗੱਦੀ ਸਾਡੇ ਪੁੱਤਰ ਕੋਲ ਪਹੁੰਚੋ। ਭਾਈ ਜੈਤਾ ਜੀ ਦਰਸ਼ਨ ਕਰਦਾ ਪਿਆ। 10ਵੇਂ ਪਾਤਸ਼ਾਹ ਨੇ ਭੇਜਿਆ ਸੀ, ਭਾਈ ਜੈਤਿਆ ਜਾ ਖਬਰ ਲੈ ਕੇ ਆ, ਦਿੱਲੀ ਕੀ ਹੁੰਦਾ ਪਿਆ। ਭਾਈ ਜੈਤਾ ਜੀ ਪਹੁੰਚੇ। ਸਤਿਗੁਰੂ ਕਹਿਣ ਲੱਗੇ, ਭਾਈ ਜੈਤਾ ਜੀ ਤੁਹਾਡੇ ਹੱਥ ਸਾਡੇ ਸੀਸ ਦੀ ਸੇਵਾ ਹੈ, ਸੀਸ ਤੁਹਾਨੂੰ ਪ੍ਰਾਪਤ ਹੋਵੇਗਾ। ਤੁਸੀਂ ਅਨੰਦਪੁਰ ਸਾਹਿਬ ਲੈ ਕੇ ਜਾਣਾ, ਤੁਸੀਂ ਰਸਤੇ ਵਿੱਚ ਥੱਕੋਗੇ ਨਹੀਂ ਔਰ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ। ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਪਾਏਗੀ। ਗੁਰੂ ਨੂੰ ਯਾਦ ਕਰਦਿਆਂ, ਗੁਰੂ ਨੂੰ ਸਿਮਰਦਿਆਂ ਰਸਤੇ 'ਤੇ ਤੁਰੇ ਜਾਇਓ।
ਸਤਿਗੁਰਾਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ। ਜਿੱਥੇ ਸੀਸਗੰਜ ਗੁਰਦੁਆਰਾ ਸਾਹਿਬ ਬਣਿਆ, ਇੱਥੇ ਗੁਰਮੁਖੋ ਇੱਕ ਖੂਹੀ ਬਣੀ ਹੋਈ ਹੈ। ਇਸ ਖੂਹੀ ਦੇ ਜਲ ਦੇ ਨਾਲ ਮਹਾਰਾਜ ਨੇ ਇਸ਼ਨਾਨ ਕੀਤਾ। ਇੱਥੇ ਇੱਕ ਪਿੱਪਲ ਦਾ ਜਾਂ ਬੋਹੜ ਦਾ ਰੁੱਖ ਹੈ, ਉਹਦੇ ਥੱਲੇ ਬੈਠ ਕੇ ਮਹਾਰਾਜ ਨੇ ਜਪਜੀ ਸਾਹਿਬ ਦੇ ਪਾਠ ਕੀਤੇ। ਜਲਾਦ ਨੂੰ ਸਮਝਾ ਦਿੱਤਾ, ਜਦੋਂ ਅਸੀਂ ਆਪਣਾ ਸੀਸ ਝੁਕਾਵਾਂਗੇ ਉਸ ਵੇਲੇ ਤੂੰ ਤਲਵਾਰ ਦਾ ਵਾਰ ਕਰਨਾ ਹੈ। ਸਤਿਗੁਰਾਂ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆਂ ਬਚਨ ਕੀਤਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਕੀਤੀ ਛੁੱਟੀ ਨਾ। ਇਹ ਬਚਨ ਕਰਕੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆ ਸਤਿਗੁਰਾਂ ਨੇ ਸੀਸ ਝੁਕਾਇਆ ਤੇ ਜਲਾਦ ਨੇ ਤਲਵਾਰ ਦਾ ਵਾਰ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਅੱਜ ਦੇ ਦਿਨ ਗੁਰਮੁਖੋ ਪਵਿੱਤਰ ਸੀਸ ਮਹਾਰਾਜ ਜੀਆਂ ਦਾ ਧੜ ਦੇ ਨਾਲੋਂ ਵੱਖਰਾ ਹੋਇਆ। ਇਹ ਅੱਜ ਦੇ ਦਿਨ ਦੀ ਕੁਰਬਾਨੀ ਮਹਾਰਾਜ ਜੀਆਂ ਦੀ। ਤੇ ਸਤਿਗੁਰਾਂ ਦਾ ਸੀਸ ਮਿਲਿਆ ਭਾਈ ਜੈਤਾ ਜੀ ਨੂੰ। ਛੇਤੀ ਨਾਲ ਕੱਪੜੇ 'ਚ ਲਪੇਟਿਆ, ਭਾਈ ਜੈਤਾ ਭੱਜ ਪਿਆ। ਸਮੇਂ ਦੀ ਸਰਕਾਰ ਦਿੱਲੀ ਦੇ ਦਰਵਾਜ਼ੇ ਨਾ ਬੰਦ ਕਰ ਦੇਵੇ ਬਾਹਰ ਨਿਕਲਣ ਵਾਲੇ, ਮੈਂ ਫੜਿਆ ਨਾ ਜਾਵਾਂ। ਇੰਨੇ ਚਿਰ ਨੂੰ ਬੜੀ ਤੇਜ਼ ਹਨੇਰੀ ਚੱਲੀ ਹੈ। ਲੱਖੀ ਸ਼ਾਹ ਵਣਜਾਰਾ ਜਿਹਦੇ ਕੋਲ 10,000 ਗੱਡੇ ਸਨ, ਉਹ ਆਉਂਦਾ ਪਿਆ। ਉਹਨੂੰ ਦੱਸਿਆ ਗਿਆ ਮਹਾਰਾਜ ਦੀ ਸ਼ਹੀਦੀ ਹੋਈ ਹੈ, ਧੜ ਮਹਾਰਾਜ ਦਾ ਚੌਂਕ ਵਿੱਚ ਪਿਆ। ਆਪਣੇ ਆਪ ਨੂੰ ਆਖਦਾ ਲੱਖੀ ਸ਼ਾਹ ਕਹਿਣ ਲੱਗਾ, ਮੈਂ ਕਾਹਦਾ ਸਿੱਖ ਹੋਇਆ ਜੇ ਮੇਰੇ ਗੁਰੂ ਦਾ ਧੜ ਇਸ ਤਰ੍ਹਾਂ ਹੀ ਉੱਥੇ ਕਿਤੇ ਬਾਜ਼ਾਰ ਵਿੱਚ ਪਿਆ ਰਵੇ, ਨਰਾਦਰ ਹੁੰਦਾ ਰਵੇ। ਛੇਤੀ ਦੇ ਨਾਲ ਆਪਣੇ ਬੰਦਿਆਂ ਦੇ ਨਾਲ ਭੱਜ ਕੇ ਧੜ ਚੁੱਕਿਆ, ਗੱਡੇ ਦੇ ਵਿੱਚ ਬਿਰਾਜਮਾਨ ਕੀਤਾ। ਜਿੱਥੇ ਆਪ ਰਹਿੰਦਾ ਸੀ ਨਾ, ਛੱਪਰ ਪਾ ਕੇ, ਇੱਕ ਛੱਪਰ ਦੇ ਵਿੱਚ ਮਹਾਰਾਜ ਜੀਆਂ ਦਾ ਸਰੀਰ ਬਿਰਾਜਮਾਨ ਕਰਕੇ ਲੱਕੜਾਂ ਰੱਖ ਕੇ ਤੇ ਪੂਰੇ ਦੇ ਪੂਰੇ ਛੱਪਰ ਘਰ ਨੂੰ ਹੀ ਅੱਗ ਲਾ ਦਿੱਤੀ। ਸੰਸਕਾਰ ਤੋਂ ਬਾਅਦ ਵਿੱਚ ਰੌਲਾ ਪਾ ਦਿੱਤਾ, ਮੇਰਾ ਤੇ ਘਰ ਸੜ ਗਿਆ ਹੈ। ਤੇ ਫਿਰ ਫੁੱਲ ਇਕੱਠੇ ਕਰਕੇ ਗਾਗਰ ਵਿੱਚ ਪਾ ਕੇ ਉਸੇ ਜਗ੍ਹਾ ਦੇ ਉੱਪਰ ਹੀ ਟੋਇਆ ਪੱਟ ਕੇ ਤੇ ਗਾਗਰ ਉਹ ਮਿੱਟੀ ਦੇ ਵਿੱਚ ਦਫਨਾ ਦਿੱਤੀ, ਮਿੱਟੀ ਦੇ ਵਿੱਚ ਦੱਬ ਦਿੱਤੀ ਮਹਾਰਾਜ ਦੇ ਫੁੱਲ ਗਾਗਰ ਵਿੱਚ ਪਾ ਕੇ। ਉੱਥੇ ਸਤਿਗੁਰਾਂ ਦੀ ਯਾਦ ਵਿੱਚ ਗੁਰੂ ਘਰ ਬਣਿਆ। ਪਰ ਰਕਾਬਗੰਜ ਸਾਹਿਬ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ। ਭਾਈ ਜੈਤਾ ਸੀਸ ਲੈ ਕੇ ਦੌੜਿਆ ਆਉਂਦਾ, ਦਿੱਲੀਓਂ ਬਾਹਰ ਨਿਕਲਿਆ, ਸਿਪਾਹੀ ਮਗਰ ਲੱਗ ਗਏ। ਭਾਈ ਜੈਤਾ ਜੀ ਨੇ ਵੇਖਿਆ ਪਕੜਿਆ ਨਾ ਜਾਵਾਂ। ਇੱਕ ਗੱਡਿਆਂ ਦੀ ਬੜੀ ਵੱਡੀ ਕਤਾਰ ਜਾਂਦੀ ਪਈ, ਇੱਕ ਗੱਡੇ ਦੇ ਵਿੱਚ ਜਾ ਕੇ ਸੀਸ ਛੁਪਾ ਦਿੱਤਾ, ਬਿਰਾਜਮਾਨ ਕਰ ਦਿੱਤਾ। ਸਿਪਾਹੀ ਇਕੱਲੇ ਇਕੱਲੇ ਗੱਡੇ ਦੀ ਤਲਾਸ਼ੀ ਕਰਦੇ ਪਏ। ਭਾਈ ਜੈਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਾਰੇ ਗੱਡਿਆਂ ਦੀ ਛਾਣਬੀਨ ਹੋਈ, ਪਰ ਜਿਸ ਗੱਡੇ ਵਿੱਚ ਸੀਸ ਹੈ ਉਹ ਗੱਡਾ ਦਿਸਦਾ ਹੀ ਨਹੀਂ ਪਿਆ। ਭਾਈ ਜੈਤਾ ਜੀ ਨੂੰ ਦਿਸਦਾ ਪਿਆ ਸਭ ਕੁਝ ਹੁੰਦਾ ਕੌਤਕ, ਪਰ ਦੁਸ਼ਮਣ ਨੂੰ ਨਹੀਂ ਦਿਸਦਾ ਪਿਆ। ਭਾਈ ਜੈਤਾ ਜੀ ਜਦੋਂ ਸਿਪਾਹੀ ਤਲਾਸ਼ੀ ਕਰਕੇ ਮੁੜ ਗਏ, ਸੀਸ ਨੂੰ ਆਪਣੇ ਹੱਥਾਂ ਵਿੱਚ ਲਿਆ, ਇੱਕ ਟੋਕਰੀ ਵਿੱਚ ਰੱਖਿਆ ਤੇ ਟੋਕਰੀ ਸਿਰ ਤੇ ਰੱਖੀ ਹੋਈ ਹੈ। ਇੱਧਰੋਂ ਇਹ ਜਿਹੜਾ ਧੋਬੀ ਹੈ ਨਾ, ਜਿਹਦੀ ਆਪਾਂ ਹੁਣੇ ਬਚਨ ਸਰਵਣ ਕੀਤਾ ਸੀ ਵੀ ਉਹ ਆਖਦਾ ਸੀ ਮਹਾਰਾਜ ਮੇਰੇ ਘਰੇ ਨਹੀਂ ਆਏ, ਮੇਰੇ ਘਰੇ ਚਰਨ ਪਾਓ। ਇਹ ਸਿਪਾਹੀਆਂ ਦੇ ਕੱਪੜੇ ਧੋਂਦਾ ਹੈ ਤੇ ਸਿਪਾਹੀਆਂ ਕੋਲੋਂ ਖਬਰ ਮਿਲਦੀ ਹੈ ਵੀ ਮਹਾਰਾਜ ਅੱਜ ਗ੍ਰਿਫਤਾਰ ਆਗਰੇ ਤੋਂ ਹੋ ਗਏ ਨੇ, ਅੱਜ ਮਹਾਰਾਜ ਦਿੱਲੀ ਆ ਗਏ ਨੇ। ਮਨ ਵਿੱਚ ਬੜਾ ਸੋਚਦਾ ਵੀ ਸਤਿਗੁਰਾਂ ਨੇ ਤੇ ਬਚਨ ਕੀਤਾ ਸੀ ਮੇਰੇ ਨਾਲ ਵੀ ਮੈਂ ਤੇਰੇ ਘਰ ਵਿੱਚ ਆ ਕੇ ਜ਼ਰੂਰ ਆਵਾਂਗੇ, ਫੇਰਾ ਪਾਵਾਂਗੇ, ਪਰ ਗੁਰੂ ਦਾ ਬਚਨ ਝੂਠਾ ਨਹੀਂ ਹੋ ਸਕਦਾ। ਇੱਕ ਦਿਨ ਖਬਰ ਇਹ ਮਿਲ ਗਈ ਵੀ ਅੱਜ ਸਤਿਗੁਰੂ ਸ਼ਹੀਦੀ ਪਾ ਗਏ। ਆਸ ਟੁੱਟ ਗਈ ਹੈ, ਪਰ ਮਨ ਨਹੀਂ ਮੰਨਦਾ ਪਿਆ। ਇਹ ਕਿਵੇਂ ਹੋ ਸਕਦਾ? ਗੁਰੂ ਕਵੇ ਤੇ ਬਚਨ ਪੂਰਾ ਨਾ ਕਰੇ, ਇਹ ਮੇਰਾ ਮਨ ਮੰਨਦਾ ਨਹੀਂ। ਕੰਮ ਨੂੰ ਜੀ ਨਹੀਂ ਕਰਦਾ, ਮਨ ਬੜਾ ਉਦਾਸ ਰਹਿੰਦਾ। ਮੈਂ ਤੇ ਇੱਕੋ ਹੀ ਬਚਨ ਮੰਗਿਆ ਸੀ ਗੁਰੂ ਦੇ ਕੋਲੋਂ ਤੇ ਉਹ ਵੀ ਨਹੀਂ ਮੇਰਾ ਪੂਰਾ ਹੋਇਆ। ਮੈਂ ਤੇ ਬੜੇ ਮਾੜੇ ਭਾਗਾਂ ਵਾਲਾ। ਤੇ ਕਹਿਣ ਲੱਗੇ ਸੋਚਦਾ ਪਿਆ, ਇੰਨੇ ਚਿਰ ਨੂੰ ਇੱਕ ਸਿੱਖ ਸਿਰ ਤੇ ਟੋਕਰੀ ਰੱਖ ਕੇ ਤੁਰਿਆ ਜਾਂਦਾ। ਇਸ ਧੋਬੀ ਦੇਵਾ ਰਾਮ ਦੀ ਨਿਗਾਹ ਪੈ ਗਿਆ, ਵੇਖਿਆ ਸਿੱਖ ਹੈ ਲਿਬਾਸ ਤੋਂ। ਆਖਿਆ ਆ ਮੇਰੇ ਘਰੇ, ਕੋਈ ਜਲ ਪਾਣੀ ਛਕ ਲਾ, ਤੂੰ ਮੈਨੂੰ ਪਾਂਧੀ ਲੱਗਦਾ, ਕੋਈ ਰਾਹੀ ਲੱਗਦਾ। ਭਾਈ ਜੈਤਾ ਜੀ ਇਹਦੇ ਘਰ ਵਿੱਚ ਪਹੁੰਚ ਗਏ। ਗੁਰੂ ਪਾਤਸ਼ਾਹ ਦੇ ਆਪਸ ਵਿੱਚ ਇਹਨਾਂ ਨੇ ਇੱਕ ਦੂਜੇ ਨਾਲ ਕੁਝ ਬਚਨ ਵਿਲਾਸ ਕੀਤੇ। ਭਾਈ ਜੈਤਾ ਜੀ ਨੂੰ ਆਪਣੇ ਘਰ ਵਿੱਚ ਖੜਾ ਕਰਕੇ ਤੇ ਆਪ ਜਲ ਪਾਣੀ ਲੈਣ ਵਾਸਤੇ ਰਸੋਈ ਦੇ ਵਿੱਚ ਚਲਾ ਗਿਆ, ਸ਼ੁਬਾਤ ਵਿੱਚ ਚਲਾ ਗਿਆ ਵੀ ਕੁਝ ਬਣਾ ਕੇ ਲਿਆ ਕੇ ਦੇਵਾਂ।
ਤੇ ਭਾਈ ਜੈਤਾ ਜੀ ਨੇ ਉਹ ਟੋਕਰੀ ਜਿਹੜੀ ਸੀ ਨਾ, ਜਿਹਦੇ 'ਚ ਮਹਾਰਾਜ ਸੀਸ ਬਿਰਾਜਮਾਨ ਸੀ, ਉਸੇ ਪੀੜੇ ਦੇ ਉੱਪਰ ਜਿਹੜਾ ਤਖਤਪੋਸ਼ ਬਣਾਇਆ ਸੀ ਨਾ ਇਹਨੇ ਮਹਾਰਾਜ ਵਾਸਤੇ, ਜਿਹਨੂੰ ਨਮਸਕਾਰਾਂ ਕਰਦਾ ਸੀ ਨਾ, ਜਿਹਦੇ ਤੇ ਚਾਦਰ ਵਿਛਾਈ ਸੀ ਨਾ, ਜਿਹਦੇ ਤੇ ਆਖਦਾ ਸੀ ਨਾ ਵੀ ਕੋਈ ਨਾ ਬੈਠੇ, ਮੇਰਾ ਗੁਰੂ ਹੀ ਇੱਥੇ ਆ ਕੇ ਬਿਰਾਜਮਾਨ ਹੋਏਗਾ, ਭਾਈ ਜੈਤਾ ਜੀਆਂ ਨੇ ਉਹ ਟੋਕਰੀ ਲਿਆ ਕੇ ਉਸੇ ਤਖਤਪੋਸ਼ ਦੇ ਉੱਪਰ ਰੱਖ ਦਿੱਤੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ। ਸਿੱਖ ਦੇ ਮਨ ਵਿੱਚ ਸ਼ਰਧਾ ਹੋਵੇ ਤੇ ਗੁਰੂ ਪੂਰੀ ਨਾ ਕਰੇ, ਕਦੇ ਹੋ ਸਕਦਾ? ਇਹ ਹੋ ਨਹੀਂ ਸਕਦਾ। ਸ਼ਰਧਾ ਹੋਵੇ ਸਹੀ ਤੇ ਪੁਰਖ ਵਿਧਾਤਾ ਉਹ ਸ਼ਰਧਾ ਪੂਰ ਜ਼ਰੂਰ ਕਰਦਾ ਹੈ, ਪੂਰੀ ਜ਼ਰੂਰ ਹੁੰਦੀ ਹੈ। ਜਿੰਨੇ ਚਿਰ ਨੂੰ ਇਹ ਧੋਬੀ ਪਾਣੀ ਲੈ ਕੇ ਰਸੋਈ ਵਿੱਚੋਂ ਬਾਹਰ ਨਿਕਲਿਆ, ਆਪਣੇ ਤਖਤਪੋਸ਼ ਤੇ ਟੋਕਰੀ ਵੇਖੀ ਹੈ, ਭੱਜ ਕੇ ਅੱਗੇ ਵਧਿਆ, ਕਹਿਣ ਲੱਗਾ, ਉਹ ਸਿੱਖਾ ਇਹ ਕੀ ਕੀਤਾ? ਇਹ ਤਖਤਪੋਸ਼ ਤੇ ਮੇਰੇ ਗੁਰੂ ਦਾ ਹੈ, ਮੈਂ ਤੇ ਇਹਨੂੰ ਨਮਸਕਾਰਾਂ ਕਰਦਾ, ਮੈਂ ਤੇ ਇਹਦੇ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦਾ, ਤੂੰ ਇਹਦੇ ਤੇ ਲਿਆ ਕੇ ਟੋਕਰੀ ਕਿਉਂ ਰੱਖੀ ਹੈ? ਤੇ ਭਾਈ ਜੈਤਾ ਜੀ ਨੇ ਆਵਾਜ਼ ਮਾਰ ਕੇ ਕੋਲ ਬੁਲਾਇਆ। ਟੋਕਰੀ ਦੇ ਵਿੱਚ ਜਿਹੜਾ ਕੱਪੜਾ ਹੈ ਉਹਦੀ ਇੱਕ ਗੰਢ ਖੋਲ੍ਹੀ ਹੈ, ਦੂਜੀ ਗੰਢ ਖੋਲ੍ਹੀ ਹੈ, ਤੀਜੀ ਗੰਢ ਖੋਲ੍ਹੀ ਹੈ। ਜਦੋਂ ਚੌਥੀ ਗੰਢ ਖੋਲ੍ਹਣ ਲੱਗਾ ਨਾ ਭਾਈ ਜੈਤਾ, ਤੇ ਕੱਪੜੇ ਨੂੰ ਕੁਝ ਖੂਨ ਲੱਗਾ ਹੋਇਆ। ਧੋਬੀ ਨੇ ਵੇਖਿਆ ਵੀ ਇਹ ਟੋਕਰੀ ਵਿੱਚ ਕਿਹੜੀ ਇਹੋ ਜਿਹੀ ਵਸਤੂ ਹੈ, ਕੱਪੜੇ ਨੂੰ ਖੂਨ ਲੱਗਾ, ਬੜਾ ਹੈਰਾਨ ਹੋਇਆ ਪਿਆ। ਜਦੋਂ ਗੁਰਮੁਖੋ ਪੰਜਵੇਂ ਕੱਪੜੇ ਦੀ ਪੰਜਵੀਂ ਗੰਢ ਖੋਲ੍ਹੀ ਤੇ ਗੰਢ ਖੋਲ੍ਹ ਕੇ ਪਲਕਾਂ ਪਾਸੇ ਕੀਤੀਆਂ ਤੇ ਥੱਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਸੀਸ ਦੇ ਦਰਸ਼ਨ ਹੋਏ। ਜਦੋਂ ਮਹਾਰਾਜ ਜੀਆਂ ਦੇ ਸੀਸ ਦੇ ਦਰਸ਼ਨ ਧੋਬੀ ਨੇ ਕੀਤੇ, ਤਖਤਪੋਸ਼ ਦੀ ਬਾਹੀ ਫੜ ਕੇ ਉੱਥੇ ਹੀ ਬੈਠ ਗਿਆ ਤੇ ਜਾਰੋ ਜਾਰ ਰੋਣ ਲੱਗ ਪਿਆ। ਉਹ ਮਨਾ, ਤੂੰ ਇਹ ਭੁੱਲ ਗਿਆ ਸੀ ਵੀ ਸਤਿਗੁਰੂ ਬਚਨਾਂ ਦੇ ਪੂਰੇ, ਸੂਰ ਬੀਰ ਬਚਨ ਕੇ ਬਲੀ। ਗੁਰੂ ਤੇ ਸੂਰਮਾ ਬਚਨਾਂ ਦਾ ਬਲੀ ਹੈ। ਗੁਰੂ ਆਪਣਾ ਬਚਨ ਕਿਵੇਂ ਹਾਰ ਸਕਦਾ? ਤੂੰ ਹੀ ਆਪਣੀ ਹਿੰਮਤ ਹਾਰ ਗਿਆ, ਤੂੰ ਆਪਣਾ ਹੌਸਲਾ ਛੱਡ ਗਿਆ, ਪਰ ਗੁਰੂ ਨੇ ਨਹੀਂ ਹੌਸਲਾ ਛੱਡਿਆ। ਤੈਨੂੰ ਕਿਹਾ ਸੀ ਵੀ ਜਦੋਂ ਦੁਨੀਆ ਦੇ ਕੰਮ ਪੂਰੇ ਕਰਾਂਗੇ, ਧੋਬੀ ਦਇਆ ਰਾਮ, ਧੋਬੀ ਦੇਵਾ ਰਾਮ, ਵਿਹਲੇ ਹੋ ਕੇ ਤੇਰੇ ਕੋਲ ਆਵਾਂਗੇ, ਜਦੋਂ ਫੁਰਸਤ ਵਿੱਚ ਕਿਤੇ ਹੋਵਾਂਗੇ। ਗੁਰੂ ਨੇ ਅੱਜ ਉਹ ਬਚਨ ਪੂਰਾ ਕੀਤਾ, ਦੁਨੀਆ ਦੇ ਕੰਮ ਵੱਲੋਂ ਵਿਹਲੇ ਹੋ ਕੇ ਅੱਜ ਮਹਾਰਾਜ ਮੇਰੇ ਘਰ ਵਿੱਚ ਆਏ ਨੇ। ਇੱਥੇ ਭਾਈ ਜੈਤਾ ਜੀਆਂ ਨੂੰ ਉਹ ਜਿਹੜਾ ਆਨੇ ਨੇ ਇਕੱਠਾ ਕੀਤਾ ਸੀ ਨਾ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ, ਉਸ ਅੰਨ ਦੇ ਫਿਰ ਪ੍ਰਸ਼ਾਦੇ ਬਣਾ ਕੇ ਤੇ ਭਾਈ ਜੈਤਾ ਜੀ ਨੂੰ ਫਿਰ ਛਕਾਏ। ਗੁਰੂ ਕਿਹਾ, ਸਿੱਖਾ ਤੂੰ ਵੀ ਤੇ ਗੁਰੂ ਦਾ ਹੀ ਰੂਪ ਹੈ ਜਿਹੜਾ ਗੁਰੂ ਦੇ ਸੀਸ ਦੀ ਸੇਵਾ ਕਰਦਾ ਪਿਆ। ਭਾਈ ਜੈਤਾ ਜੀ ਫਿਰ ਸੀਸ ਲੈ ਕੇ ਹੌਲੀ ਹੌਲੀ ਕੀਰਤਪੁਰ ਸਾਹਿਬ ਪਹੁੰਚ ਗਏ। ਇੱਥੋਂ ਸੁਨੇਹਾ ਪਹੁੰਚਾਇਆ ਵੀ ਮਹਾਰਾਜ ਦੇ ਸੀਸ ਦਾ ਸੰਸਕਾਰ ਕਿੱਥੇ ਕਰਨਾ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਤੇ ਗੁਰੂ ਹਰ ਰਾਏ ਮਹਾਰਾਜ ਜੀਆਂ ਦਾ ਸੰਸਕਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਭਾਈ ਜੈਤੇ ਦੇ ਮਨ ਵਿੱਚ ਇਹ ਸੀ ਵੀ ਸ਼ਾਇਦ ਨੌਵੇਂ ਗੁਰੂ ਦਾ ਵੀ ਇੱਥੇ ਹੀ ਸੀਸ ਦਾ ਸੰਸਕਾਰ ਹੋਵੇਗਾ। ਸਤਿਗੁਰਾਂ ਨੇ ਆਪਣੀ ਮਾਤਾ ਨੂੰ ਪੁੱਛਿਆ, ਮਾਤਾ ਜੀ ਪਿਤਾ ਸਤਿਗੁਰੂ ਦੇ ਸੀਸ ਦਾ ਸੰਸਕਾਰ ਕਿੱਥੇ ਕਰਨਾ? ਤੇ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਜੋ ਮਾਤਾ ਨਾਨਕੀ ਜੀ ਨੇ, ਪੁੱਤਰ ਜੋ ਤੇਰੇ ਦਾਦੀ ਜੀ ਨੇ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਜੀ ਨੇ, ਮਾਤਾ ਨਾਨਕੀ ਜੀ, ਉਹ ਇਸ ਵੇਲੇ ਬੜੇ ਬਜ਼ੁਰਗ ਹੋ ਗਏ ਨੇ, ਵਡੇਰੇ ਹੋ ਗਏ ਨੇ, ਉਹਨਾਂ ਵਾਸਤੇ ਦੂਰ ਚੱਲ ਕੇ ਜਾਣਾ ਬੜਾ ਔਖਾ ਹੈ। ਕੀਰਤਪੁਰ ਸਾਹਿਬ ਉਹ ਜਾ ਨਹੀਂ ਸਕਦੇ, ਤੁਸੀਂ ਸੀਸ ਅਨੰਦਪੁਰ ਸਾਹਿਬ ਮੰਗਾਓ, ਆਪਾਂ ਸੰਸਕਾਰ ਇੱਥੇ ਹੀ ਕਰਾਂਗੇ। ਮੰਗਾਇਆ ਗਿਆ ਸੀਸ, ਭਾਈ ਜੈਤਾ ਜੀ ਲੈ ਕੇ ਪਹੁੰਚੇ ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾ ਸਤਿਗੁਰੂ ਜੀਆਂ ਦਾ ਸੀਸ ਗੰਜ, ਅਨੰਦਪੁਰ ਸਾਹਿਬ ਦੀ ਧਰਤੀ ਤੇ ਚੰਦਨ ਦੀ ਚਿਖਾ ਤਿਆਰ ਕੀਤੀ ਹੈ। ਭਾਈ ਜੈਤਾ ਜੀ ਸੀਸ ਲੈ ਕੇ ਪਹੁੰਚੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਸਨ, ਉੱਠੇ, ਆਪਣੇ ਪਿਤਾ ਸਤਿਗੁਰਾਂ ਦੇ ਸੀਸ ਨੂੰ ਨਮਸਕਾਰ ਕਰਕੇ ਸੀਸ ਆਪਣੀ ਝੋਲੀ ਵਿੱਚ ਲੈ ਲਿਆ। ਵੈਰਾਗ ਨਹੀਂ ਕੀਤਾ, ਰੋਏ ਨਹੀਂ, ਦੁਖੀ ਨਹੀਂ ਹੋਏ, ਚੜ੍ਹਦੀ ਕਲਾ ਦੇ ਬਚਨ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਭਾਈ ਜੈਤਾ ਜੀ ਸਾਡੇ ਪਿਤਾ ਦੀ ਸ਼ਹੀਦੀ ਹੋਈ, ਕਿਸੇ ਨੇ ਹਾਂ ਦਾ ਨਾਅਰਾ ਨਹੀਂ ਉੱਥੇ ਮਾਰਿਆ, ਕਿਸੇ ਨੇ ਇਹ ਨਹੀਂ ਆਖਿਆ ਪਾਪ ਹੁੰਦਾ ਪਿਆ। ਤੇ ਭਾਈ ਜੈਤਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਸਿੱਖ ਤੇ ਬੜੇ ਹੋਣਗੇ ਪਰ ਪਹਿਚਾਣ ਕੋਈ ਨਹੀਂ ਹੈ ਵੀ ਸਿੱਖ ਕੌਣ ਹੈ। ਕੋਈ ਪਹਿਚਾਣ ਹੋਵੇ ਤੇ ਮੈਂ ਦੱਸ ਦਿੰਦਾ। ਇਹ ਬਚਨ ਸੁਣਦਿਆਂ 9 ਸਾਲ ਦੀ ਉਮਰਾਂ ਵਿੱਚ ਸਤਿਗੁਰੂ ਬੜੇ ਰੋਹ ਵਿੱਚ ਆਏ। ਕਹਿਣ ਲੱਗੇ, ਭਾਈ ਜੈਤਿਆ ਮੈਂ ਖਾਲਸਾ ਇਹੋ ਜਿਹਾ ਤਿਆਰ ਕਰਾਂਗਾ, ਉਹਨੂੰ ਰੰਗ ਤੇ ਰੂਪ ਇਹੋ ਜਿਹਾ ਦੇਵਾਂਗਾ, ਉਹਦਾ ਸਰੂਪ ਇਹੋ ਜਿਹਾ ਤਿਆਰ ਕਰਵਾਵਾਂਗਾ
मेरा सिख लखां विच भी खलोता होवेगा, उन्होंने दस्सण दी लोड़ नहीं पवेगी कि मैं गुरु गोबिंद सिंह महाराज दा सिख हाँ। लखां दे विच खलोता होया मेरा एक सिख दूरों निगाह पवेगा भी ये महाराज दा सिख है। ये बचन करके सीस दा संस्कार होया। भाई जैते नूं महाराज ने जफी विच लै लिया। बचन कीते हे रंग रेटे गुर के बेटे, रहो पंथ के संग समेटे। गुरु बेटा होण दा ये वर मिलिया, ये बचन मिलिया भाई जैता जी नूं। ऐसियां बख्शिशां धन गुरु गोबिंद सिंह महाराज ने भाई जैता दे उपर कीतियां। गुरमुखो इस तरह धन गुरु तेग बहादुर पातशाह महाराज साहब जियां दी जो शहीदी है वो हुई है। ते इस तरह महाराज साहब जियां ने ये सारा साका, ये सारा भाणा जिवें जिवें आपां इतिहास सरवण कीता है, ये धन गुरु गोबिंद सिंह महाराज जियां ने आप ये सारा भाणा, ये सारा साका वरताया। पिछे आपां बचन ये सरवण कर आए सी। गुरु गोबिंद सिंह महाराज जी ने आख्या सी, पिता सतगुरु जी फिर तुहाडी बली तो बिना तो धर्म बच नहीं ना सकता। आप जी बलिदान देवो, मुढ़ आप बनते पे, आप तोरते पे अपने पिता सतगुरु जियां नूं शहीद होने वास्ते। सतगुरां दी शहीदी हो गई तो दिल्ली दे विच बड़ी हनेरी चली है। औरंगजेब नूं महिलां विच इस तरह लगा भी जिवें मैनूं मौत आ चली है। चार छफेरे धुआं धार हो गया, घटा मिट्टी दे नाल महल भर गए। औरंगजेब अपने महिलां विच बैठा कंबदा पिया। छेती दे नाल महल दे विचों भज के बाहर निकलिया। सिपाहियां नूं कहण लगा मैनूं डर लगदा पिया। उस वेले पालकी च सवार होया ते दिल्ली नूं छड्ड के बाहर निकल पिया। बाहर रड़े मैदान दे विच गया ते कुछ समा आराम मिलिया, कुछ समा शांति मिली है। मन विच सोचदा अज नहीं ते कल, कल नहीं ते परसों मैं दिल्ली फिर चले ही जाना है, 2-4 दिन बाहर ला लवां। इन्ने चिर नूं एक बड़ा वड्डा पीर जिहदी बहुत ज़्यादा भजन बंदगी है, बड़े तप वाला है, औरंगजेब उहदा बहुत वड्डा श्रद्धालु सी। एक दिन वो पीर भी इहदे कोल बाहर मैदान दे विच आके मिलिया। इन्हें पीर नूं नमस्कार कीती, आखिया मेरे ते कृपा करो, मैं दिल्ली विच वसना चाहुंदा हाँ, पर दिल्ली जाण तो मैनूं डर लगदा है, आप जी कृपा करो, ये कारण की है। ते पीर ने कुछ समा नेत्र बंद करन तो मगरों जदों नेत्र खोले ते बचन कीते, कहण लगे औरंगजेब जिस दिन तू दिल्ली एक रात सौण वास्ते चला गया, वो रात तेरी जिंदगी दी आखिरी रात होवेगी। तू बचेगा नहीं, तू मर जाएगा। जे जिंदगी चाहुंदा है दिल्ली नूं छड्ड के किसी होर पासे नूं जाण दा यतन कर। औरंगजेब ने पूछया कारण की है, दिल्ली विच मेरी आखिरी रात क्यों होवेगी? ते पीर ने दस्सिया धन गुरु तेग बहादुर पातशाह महाराज जियां दा सिख भाई मती दास, जिन्हों तू आरे दे नाल चीरिया है, वो तेरे ते बहुत ज़्यादा क्रुद्धत है। वो तो गुरु दे बचन सन भी भाई मती दास करामात नहीं विखाउणी, भाई मती दास किसी नूं कुछ कहना नहीं। ये गुरु दे बचना करके वो शांत होके बैठा है, पर उहदे मन विच गुस्सा इन्ना है कि वो तैनूं दिल्ली दे विच वसन नहीं देवेगा। दिल्ली विच तेरी वो रहन दी रात आखिरी रात होवेगी। मेरी सलाह मनदा ते इत्थों छड्ड के अगे चला जा। तू भाई मती दास नूं शहीद कीता, भाई सती दास नूं रूह दे विच शहीद किया गया ते भाई दयाला जी नूं पानी दे देगे दे विच उबाल के शहीद किया। ये तू बड़ियां भयानक सजावां दित्तियां ने। वो भाई मती दास गुरु का सिख तेरे उपर नाराज है। ये गल सुन के औरंगजेब नूं फिर दिल्ली छड्ड के औरंगाबाद नूं जाना पिया। कुछ समा उत्थे रहा, फिर ये दुष्ट उत्थे ही मरिया, उत्थे ही इहदी कब्र बनी हुई है। इस तरह गुरु तेग बहादुर पातशाह महाराज जियां दी शहीदी, गुरु के सिखां दी शहीदी हुई है। समय की समाप्ति, भुलां दी मुआफ़ी, बचन गुरु का हिरदे वसे, भुलां दास दियां मुआफ़ करनियां। आप संगतां दे चरनां विच बेनती है कि अपने इस स्थान ते दोने समय कथा विचार जिहड़ी है वो यूट्यूब चैनल ते पाई जाती है। चैनल का नाम है सिख हिस्टरी। सो आप संगतां आपो अपने घर में बैठ के इस चैनल तो कथा सरवण कर सकते हो, अगे संगतां नूं शेयर कर सकते हो।
ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰ ਆਪ ਸੰਗਤਾਂ ਨੇ ਕਿਰਪਾਲਤਾ ਕਰਨੀ। ਇਹ ਬੇਨਤੀ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਆਓ ਫਤਿਹ ਦੀ ਹਾਜ਼ਰੀ ਲਵਾਈਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਹੜੇ ਕਿ ਰੋਜ਼ਾਨਾ ਹੀ ਸਵੇਰ ਔਰ ਸ਼ਾਮ ਦੀ ਹਾਜ਼ਰੀ ਭਰਦੇ ਹੋ। ਵਾਹਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਅੱਜ ਦਾ ਸਮਾਗਮ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਲਾਸਾਨੀ ਕੁਰਬਾਨੀ ਸ਼ਹਾਦਤ ਨੂੰ ਮੁੱਖ ਰੱਖ ਕੇ ਇਹ ਸ਼ਾਮ ਦੇ ਦੀਵਾਨ ਸਜਾਏ ਗਏ ਹਨ, ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਹਾਜ਼ਰੀ ਭਰ ਰਹੇ ਸਨ। ਆਪ ਸੰਗਤਾਂ ਨੂੰ ਉਹਨਾਂ ਨੇ ਤਕਰੀਬਨ 1 ਘੰਟੇ ਲਈ ਜਾਗਰੂਕ ਕੀਤਾ ਹੈ। ਕਥਾ ਵਿਚਾਰਾਂ ਰਾਹੀਂ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਹੈ। ਆਪਣੇ ਪਾਸ ਬਹੁਤ ਹੀ ਸਤਿਕਾਰਯੋਗ ਕੀਰਤਨੀ ਜਥਾ ਪੁੱਜਾ ਹੈ। ਭਾਈ ਸਾਹਿਬ ਭਾਈ ਕਮਲੇਸ਼ਿੰਦਰ ਸਿੰਘ ਜੀ, ਜਿੱਥੇ ਇਹਨਾਂ ਦੇ ਨਾਮ ਦੇ ਨਾਲ ਭਾਈ ਲੱਗਦਾ ਹੈ, ਉੱਥੇ ਇਹਨਾਂ ਦੇ ਨਾਮ ਦੇ ਨਾਲ ਡਾਕਟਰ ਵੀ ਲੱਗਦਾ ਹੈ, ਕਿਉਂਕਿ ਇਹ PhD ਹਨ। ਮਿਊਜ਼ਿਕ ਦੀ ਇਹਨਾਂ ਨੇ MSc ਕੀਤੀ ਹੈ, ਵੈਲ ਕੁਆਲੀਫਾਈਡ ਨੇ। ਸੋ ਇਹਨਾਂ ਦਾ